Good morning, students. Today I'll continue chapter number 9, Bholi, from your book Footprints Without Feet. And this story is written by K.A. Abbas. Khwaja Ahmad Abbas was a famous Indian film director, novelist, screenwriter, and a journalist in Urdu, Hindi, and English languages. He was the maker of films like Saath Hindustani Do Bund Pani, and which won the National Filmfare Award for Best Feature Film on National Integration. So Bholi is also written by him, and this is basically the story of a small child, how she was treated when she is not basically like a normal kids. So let's begin the story from here. Her name was Sulekha, but since her childhood younger, everyone had been calling her Bholi, the simpleton. मतलब ਉਹਦਾ ਨਾਮ ਬੇਸਿਕਲੀ ਸੁਲੇਖਾ ਸੀਗਾ, ਪਰ ਬਚਪਨ ਤੋਂ ਹੀ ਸਾਰੇ ਲੋਗੋਂ ਨੂੰ ਭੋਲੀ ਦਾ ਮਤਲਬ ਹੁੰਦਾ ਹੈਗਾ ਬਹੁਤ ਸਿੱਧਾ ਸਾਦਾ ਹੋਣਾ, ਬਹੁਤ ਸਿੰਪਲ ਹੋਣਾ, ਯਾਨੀ ਕਿ ਜਿਹੜੇ ਬਹੁਤ ਇੰਟੈਲੀਜੈਂਟ ਕਲੇਵਰ ਨਹੀਂ ਹੁੰਦੇ ਉਹਨਾਂ ਨੂੰ ਵੀ ਸਿੰਪਲਟਨ ਕਿਹਾ ਜਾਂਦਾ ਹੈ. She was the fourth daughter of Nambardar Ramlal. When she was 10 months old, she had fallen off the cot on her bed, and perhaps it had damaged some part of her brain. That was why she remained a backward child and came to be known as Bholi, the simpleton. ਨੰਬਰਦਾਰ ਰਾਮ ਲਾਲ ਦੀ 4th ਨੰਬਰ ਦੀ ਉਹ ਕੁੜੀ ਸੀਗੀ. ਜਦੋਂ 10 ਮੰਥਸ ਦੀ ਸੀਗੀ ਤਾਂ ਕੋਟ ਦਾ ਮਤਲਬ ਹੁੰਦਾ ਹੈਗਾ ਬੈੱਡ. ਆਪਣੇ ਬੈੱਡ ਤੋਂ ਥੱਲੇ ਡਿੱਗ ਗਈ ਔਰ ਉਹਦੇ ਸਿਰ 'ਤੇ ਬਹੁਤ ਜ਼ਿਆਦਾ ਸੱਟ ਵੱਜਿਆ. ਇਸ ਕਰਕੇ ਕਹਿੰਦੇ ਕਿ ਉਹਦੇ ਬ੍ਰੇਨ ਦਾ ਕੁਝ ਪਾਰਟ ਡੈਮੇਜ ਹੋ ਗਿਆ, ਯਾਨੀ ਕਿ ਉਹਦੇ ਕੋਲ ਦਿਮਾਗ ਕਮ ਸੀਗਾ. ਇਸ ਕਰਕੇ ਉਹ ਥੋੜ੍ਹੀ ਜਿਹੀ ਬੈਕਵਰਡ ਚਾਈਲਡ ਰਹਿ ਗਈ ਔਰ ਇਸ ਕਰਕੇ ਲੋਕ ਉਹਨੂੰ ਭੋਲੀ ਜਾਂ ਸਿੰਪਲਟਨ ਦੇ ਨਾਮ ਤੋਂ ਬੁਲਾਉਂਦੇ ਸੀਗੇ. At birth, the child was very fair and pretty. When she was 2 years old, she had an attack of smallpox. Only the eyes were saved, but the entire body was permanently disfigured by deep black pockmarks. Little Sulekha could not speak till she was 5, and when at last she learned to speak, she stammered. The other children often made fun of her and mimicked her. As a result, she talked very little. ਜਦੋਂ ਉਹਦਾ ਬਰਥ ਹੋਇਆ ਸੀਗਾ ਉਸ ਟਾਈਮ ਤੋਂ ਉਹ ਬਹੁਤ ਜ਼ਿਆਦਾ ਫੇਅਰ ਯਾਨੀ ਕਿ ਗੋਰੀ ਔਰ ਬਹੁਤ ਸੋਹਣੀ ਸੀਗੀ. ਪਰ ਜਦੋਂ ਉਹ 2 ਸਾਲ ਦੀ ਸੀਗੀ ਦੈਨ ਸਮੌਲ ਪੌਕਸ ਦਾ ਅਟੈਕ ਹੋਇਆ. ਸਮੌਲ ਪੌਕਸ ਯਾਨੀ ਕਿ ਜਿਹੜਾ ਆਪਣੇ ਕਹਿੰਦੇ ਕਿ ਮਾਤਾ ਨਿਕਲਣਾ, ਕਹਿੰਦੇ ਉਸ ਸਮੌਲ ਪੌਕਸ ਕਰਕੇ ਉਹਦੀ ਆਈਜ਼ ਬਚ ਗਈ, ਪਰ ਉਹਦੇ ਪੂਰੇ ਬੋਡੀ 'ਤੇ ਬਲੈਕ ਕਲਰ ਦੇ ਡੀਪ ਮਾਰਕਸ ਯਾਨੀ ਕਿ ਬਲੈਕ ਕਲਰ ਦੇ ਸਪੌਟ ਪੈ ਗਏ. ਅਬ ਸੁਲੇਖਾ ਜਿਹੜੀ ਸੀਗੀ ਉਹ 5 ਸਾਲ ਦੇ ਵਿੱਚ ਤਾਂ ਉਹਨੂੰ ਬੋਲਣਾ ਆਇਆ, ਔਰ ਜਦੋਂ ਉਹ ਬੋਲਣਾ ਸ਼ੁਰੂ ਕੀਤਾ ਦੈਨ ਉਹ ਸਟੈਮਰ ਕਰਦੀ ਸੀਗੀ, ਯਾਨੀ ਕਿ ਰੁਕ ਰੁਕ ਕੇ ਬੋਲਦੀ ਸੀਗੀ. ਛੋਟੇ ਬੱਚੇ ਯਾਨੀ ਕਿ ਉਹਦੇ ਆਸ-ਪਾਸ ਦੇ ਬੱਚੇ ਜਿਹੜੇ ਸੀਗੇ ਉਹਦਾ ਮਜ਼ਾਕ ਬਣਾਉਂਦੇ ਸੀਗੇ, ਉਹਦੀ ਮਿਮਿਕਰੀ ਕਰਦੇ ਸੀਗੇ, ਕਾਪੀ ਕਰਦੇ ਸੀਗੇ ਔਰ ਇਸ ਤਰ੍ਹਾਂ ਉਹਦਾ ਮਜ਼ਾਕ ਬਣਾਉਂਦੇ ਸੀਗੇ. ਔਰ ਇਹਦਾ ਰਿਜ਼ਲਟ ਕੀ ਹੁੰਦਾ ਸੀਗਾ ਕਿ ਉਹ ਬਹੁਤ ਘੱਟ ਬੋਲਦੀ ਸੀਗੀ, ਯਾਨੀ ਕਿ ਜਦੋਂ ਉਹ ਬੋਲਣ ਦਾ ਉਹਦਾ ਜੀਅ ਵੀ ਕਰਦਾ ਸੀਗਾ ਨਾ ਤਾਂ ਬਾਕੀ ਬੱਚੇ ਦੇ ਕੰਪੈਰੀਜ਼ਨ ਉਹ ਬਹੁਤ ਘੱਟ ਬੋਲਦੀ ਸੀਗੀ. Ramlal had 7 children, 3 sons and 4 daughters, and the youngest of them was Bholi. It was a prosperous farmer's household, and there was plenty to eat and drink. All the children except Bholi were healthy and strong. The sons had been sent to the city to study in the school and later in colleges. Of the daughter Radha, the eldest, had already been married. The second daughter Mangla's married had also been settled, and when that was done, Ramlal would think of the third Champa. They were good looking, healthy girls, and it was not difficult to find bridegrooms for them. ਰਾਮ ਲਾਲ ਦੇ ਪੂਰੇ 7 ਬੱਚੇ ਸੀਗੇ, 3 ਸਨ ਯਾਨੀ ਮੁੰਡੇ ਔਰ 4 ਕੁੜੀਆਂ ਸੀਗੀਆਂ. ਯੰਗੈਸਟ ਯਾਨੀ ਕਿ ਸਭ ਤੋਂ ਛੋਟੀ ਭੋਲੀ ਸੀਗੀ. ਰਾਮ ਲਾਲ ਦਾ ਫੈਮਿਲੀ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਪ੍ਰੋਸਪੇਰਸ ਸੀਗਾ, ਯਾਨੀ ਕਿ ਬਹੁਤ ਖਾਂਦੇ ਪੀਂਦੇ ਘਰ ਦੇ ਸੀਗੇ ਔਰ ਉਹਨਾਂ ਦੇ ਕੋਲ ਖਾਣ ਪੀਣ ਦੇ ਲਈ ਬਹੁਤ ਕੁਝ ਸੀਗਾ. ਪਲੈਂਟੀ ਯਾਨੀ ਕਿ ਸਫੀਸ਼ੀਐਂਟ, ਇਨਫ ਹੋਣਾ. ਸਾਰੇ ਬੱਚੇ ਭੋਲੀ ਨੂੰ ਛੱਡ ਕੇ ਬਹੁਤ ਹੈਲਦੀ ਔਰ ਸਟਰੋਂਗ ਸੀਗੇ. ਉਹਨਾਂ ਨੇ ਆਪਣੇ ਸਨ ਨੂੰ ਯਾਨੀ ਕਿ ਮੁੰਡੇ ਨੂੰ ਸ਼ਹਿਰ ਪੜ੍ਹਨ ਦੇ ਲਈ ਭੇਜ ਦਿੱਤਾ ਸੀਗਾ ਔਰ ਸਕੂਲ ਤੋਂ ਬਾਅਦ ਉਹ ਕਾਲਜ ਦੇ ਵਿੱਚ ਪੜ੍ਹਨ ਲੱਗੇ ਸੀਗੇ. ਉਹਨਾਂ ਦੀ ਕੁੜੀ ਦੇ ਵਿੱਚ ਯਾਨੀ ਕਿ ਰਾਮ ਲਾਲ ਦੀ ਫੈਮਿਲੀ ਦੀ ਕੁੜੀ ਸਭ ਤੋਂ ਵੱਡੀ ਰਾਧਾ ਸੀਗੀ, ਉਹਦਾ ਵਿਆਹ ਹੋ ਚੁੱਕਿਆ ਸੀਗਾ. ਸੈਕਿੰਡ ਕੁੜੀ ਦਾ ਨਾਮ ਮੰਗਲਾ ਸੀਗਾ ਔਰ ਉਹਦਾ ਵੀ ਜਦੋਂ ਵਿਆਹ ਹੋ ਗਿਆ ਦੈਨ ਰਾਮ ਲਾਲ ਆਪਣੀ ਥਰਡ ਕੁੜੀ ਚੰਪਾ ਦੇ ਬਾਰੇ ਵਿੱਚ ਸੋਚਣਾ ਸ਼ੁਰੂ ਕਰ ਗਿਆ. ਸਾਰੇ ਹੀ ਬਹੁਤ ਸੋਹਣੀ, ਹੈਲਦੀ ਔਰ ਵਧੀਆ ਫਿਟ ਐਂਡ ਫਾਈਨ ਸੀਗੀਆਂ ਔਰ ਇਸ ਕਰਕੇ ਉਹਨਾਂ ਦੇ ਲਈ ਮੁੰਡਾ ਲੱਭਣਾ ਬਹੁਤ ਔਖਾ ਨਹੀਂ ਸੀਗਾ. But Ramlal was worried about Bholi. She had neither good looks nor intelligence. But Ramlal ਸਾਰਾ ਟਾਈਮ ਭੋਲੀ ਨੂੰ ਲੈ ਕਰਕੇ ਵਰੀਡ ਹੁੰਦਾ ਸੀਗਾ, ਕਿਉਂਕਿ ਨਾ ਤਾਂ ਉਹ ਦੇਖਣ 'ਚ ਬਹੁਤ ਸੋਹਣੀ ਸੀਗੀ ਔਰ ਨਾ ਹੀ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਸੀਗੀ. Bholi was 7 years old when Mangla was married. The same year, a primary school for girls was opened in
their village. The Tehsildar Sahib came to perform its opening ceremony. He said to Ramlal, as a revenue officer, you are the representative of the government in the village, and so you must set an example to the villagers. You must send your daughters to school. ਬੋਲੀ ਜਦੋਂ 7 ਸਾਲ ਦੀ ਸੀਗੀ, ਮੰਗਲਾ ਦਾ ਮੈਰਿਜ ਹੋ ਗਿਆ ਸੀਗਾ ਔਰ ਉਸੇ ਸਾਲ ਗਾਂਵ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਖੁੱਲ੍ਹਿਆ ਸੀਗਾ। ਤਹਿਸੀਲਦਾਰ ਸਾਹਿਬ ਜਦੋਂ ਇਸ ਸਕੂਲ ਦੀ ਓਪਨਿੰਗ ਸੈਰੇਮਨੀ 'ਤੇ ਆਏ ਅਤੇ ਉਹਨਾਂ ਨੇ ਰਾਮ ਲਾਲ ਨੂੰ ਕੀ ਕਿਹਾ ਕਿ ਤੁਸੀਂ ਇੱਕ ਰੈਵਨਿਊ ਆਫਿਸਰ ਹੋ ਔਰ ਗੌਰਮੈਂਟ ਦੇ ਰੈਪਰਜੈਂਟੇਟਿਵ ਹੋ, ਇਸ ਕਰਕੇ ਗਾਂਵ ਦੇ ਇਸ ਪ੍ਰਾਇਮਰੀ ਸਕੂਲ ਦੇ ਲਈ ਆਪਣਾ ਐਗਜ਼ਾਮਪਲ ਸੈੱਟ ਕਰੋ ਔਰ ਤੁਸੀਂ ਆਪਣੀ ਕੁੜੀਆਂ ਨੂੰ ਹੀ ਪੜ੍ਹਨ ਦੇ ਲਈ ਸਕੂਲ ਦੇ ਭੇਜੋ। That night when Ramlal consulted his wife, she cried, "Are you crazy? If girls go to school, who will marry them?" अब उस रात राम लाल ने अपनी वाइफ ਦੇ ਨਾਲ ਗੱਲ ਕੀਤੀ, ਬਟ ਜਦੋਂ ਰਾਮ ਲਾਲ ਨੇ ਇਸ ਗੱਲ ਨੂੰ ਆਪਣੀ ਵਾਈਫ ਦੇ ਨਾਲ ਕੀਤੀ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਹੋ ਗਈ ਔਰ ਕਹਿੰਦੇ ਕਿ ਤੁਸੀਂ ਪਾਗਲ ਤਾਂ ਨਹੀਂ ਹੋ ਗਏ ਹੋ, ਜਦੋਂ ਗਰਲਸ ਨੂੰ ਆਪਾਂ ਸਕੂਲ ਭੇਜਾਂਗੇ ਤੇ ਉਹਨਾਂ ਦੇ ਨਾਲ ਵਿਆਹ ਕੌਣ ਕਰੂਗਾ। But Ramlal had not the courage to disobey the Tehsildar. At last his wife said, "I will tell you what to do. Send Bholi to school. As it is, there is little chance of her getting married. With her ugly face and lack of sense, let's the teacher at school worry about her." अब ਉਹਦੀ ਵਾਈਫ ਰਾਮ ਲਾਲ ਜਿਹੜਾ ਸੀਗਾ ਉਹ ਤਹਿਸੀਲਦਾਰ ਨੂੰ ਮਨਾ ਵੀ ਨਹੀਂ ਕਰ ਸਕਦਾ ਸੀਗਾ। ਐਟ ਲਾਸਟ ਉਹਦੀ ਵਾਈਫ ਨੇ ਉਹਨੂੰ ਸੁਜੈਸ਼ਨ ਦਿੱਤਾ ਔਰ ਕੀ ਕਹਿੰਦੀ ਹੈ, ਕਹਿੰਦੇ ਕਿ ਭੋਲੀ ਨੂੰ ਸਕੂਲ ਭੇਜ ਦਿੰਦੇ ਆ, ਵੈਸੇ ਵੀ ਉਹਦੀ ਮੈਰਿਜ ਦੀ ਬਹੁਤ ਘੱਟ ਹੀ ਚਾਂਸਿਸ ਹੈਗੇ ਆ ਔਰ ਉਹ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਵੀ ਨਹੀਂ ਹੈ, ਉਹਦੇ ਕੋਲ ਦਿਮਾਗ ਵੀ ਘੱਟ ਹੈ, ਇਸ ਕਰਕੇ ਟੀਚਰ ਹੀ ਉਹਦੇ ਬਾਰੇ ਮੈਂ ਵਰੀ ਕਰੇ, ਯਾਨੀ ਕਿ ਉਹ ਟੀਚਰ ਹੀ ਸੋਚੇ ਕਿ ਉਹਦਾ ਕੀ ਕਰਨਾ ਹੈਗਾ। The next day, Ramlal caught Bholi by the hand and said, "Come with me, I will take you to school." Bholi was frightened. ਨੈਕਸਟ ਡੇ ਮਾਰਨਿੰਗ ਰਾਮ ਲਾਲ ਬੋਲੀ ਦਾ ਹੱਥ ਫੜ ਕੇ ਕਹਿੰਦਾ ਹੈ ਕਿ ਮੈਂ ਤੈਨੂੰ ਸਕੂਲ ਲੈ ਕੇ ਚੱਲਦਾ, ਚੱਲ ਮੇਰੇ ਨਾਲ। ਬੋਲੀ ਬਹੁਤ ਜ਼ਿਆਦਾ ਡਰ ਗਈ। ਸ਼ੀ ਡਿਡ ਨਾਟ know what a school was like. She remembered how a few days ago their old cow Lakshmi had been turned out of the house and sold. ਉਹਨੂੰ ਸਕੂਲ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਸੀਗਾ, ਉਹਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਸਕੂਲ ਕਿਸ ਤਰ੍ਹਾਂ ਦਿਸਦਾ ਹੈਗਾ। ਉਹਨੂੰ ਸਿਰਫ ਇੰਨਾ ਪਤਾ ਸੀਗਾ ਕਿ ਕੁਝ ਦਿਨ ਪਹਿਲੇ ਇੱਕ ਉਹਦੀ ਪੁਰਾਣੀ ਗਾਂ ਯਾਨੀ ਕਿ ਪਹਿਲੇ ਜਿਹੜੀ ਗਾਂ ਸੀਗੀ ਉਹਨੂੰ ਘਰ ਤੋਂ ਬਾਹਰ ਲੈ ਗਏ ਸੀਗੇ ਔਰ ਉਹਨੂੰ ਬਾਅਦ 'ਚ ਵੇਚ ਦਿੱਤਾ ਗਿਆ ਸੀਗਾ। ਦੈਨ ਬੋਲੀ ਦਾ ਰਿਐਕਸ਼ਨ ਕੀ ਹੁੰਦਾ ਹੈਗਾ, "ਨਾ ਨਾ ਨਾ ਨਾ, ਨੋ ਨੋ ਨੋ," ਸ਼ੀ ਸ਼ਾਊਟਡ ਇਨ ਟੈਰਰ ਐਂਡ ਪੁਲਡ ਹਰ ਹੈਂਡ ਅਵੇ ਫਰੋਮ ਹਰ ਫਾਦਰਸ ਗ੍ਰਿਪ। ਯਾਨੀ ਕਿ ਉਹ ਨੋ ਨੋ ਕਰਦੀ ਹੋਈ, ਮਰਮਰਿੰਗ ਕਰਦੀ ਹੋਈ ਸ਼ਾਊਟ ਕਰਦੀ ਹੈ। ਟੇਰਰ ਯਾਨੀ ਕਿ ਡਰ, ਪੁਲਡ ਯਾਨੀ ਕਿ ਹੱਥ ਛੁਡਾ ਲੈਣਾ ਔਰ ਆਪਣੇ ਫਾਦਰ ਦੇ ਹੱਥ 'ਤੇ ਜਿਹੜਾ ਉਹਦਾ ਹੱਥ ਫੜਿਆ ਗਿਆ ਸੀ ਗਰੀਬ ਦੇ ਮੁੱਠੇ 'ਤੇ, ਉਹ ਹੱਥ ਛੁਡਾ ਕੇ ਉੱਥੋਂ ਭੱਜ ਜਾਂਦੀ ਹੈ। "What's the matter with you, you fool?" shouted Ramlal. "I am only taking you to school." Then he told his wife, "Let her wear some decent clothes today, or else what will the teachers and the other schoolgirls think of us when they see her?" ਔਰ ਫਿਰ ਉਸ ਤੋਂ ਬਾਅਦ ਰਾਮ ਲਾਲ ਗੁੱਸੇ ਦੇ ਵਿੱਚ ਆ ਕੇ ਚੀਖੇ ਮਾਰਦਾ ਹੋਇਆ ਕਹਿੰਦਾ ਹੈਗਾ ਕਿ ਮੈਂ ਤਾਂ ਸਿਰਫ ਤੈਨੂੰ ਸਕੂਲ ਲੈ ਕੇ ਜਾ ਰਿਹਾ, ਔਰ ਆਪਣੀ ਵਾਈਫ ਨੂੰ ਕਹਿੰਦਾ ਹੈਗਾ ਕਿ ਇਹਨੂੰ ਕੁਝ ਵਧੀਆ ਜਿਹੇ ਕੱਪੜੇ ਪਹਿਨਾ ਦਿਓ, ਨਹੀਂ ਤਾਂ ਟੀਚਰਸ ਕੀ ਸੋਚਣਗੇ ਕਿ ਕਿਸ ਤਰ੍ਹਾਂ ਇਹ ਆਪਣੀ ਕੁੜੀ ਨੂੰ ਰੱਖਦੇ ਹੈਗੇ ਆ। New clothes had never been made for Bholi. The old dresses of her sister were passed on to her. No one cared to mend or wash her clothes. But today she was lucky to receive a clean dress, which had shrunk after many washing and no longer fitted Champa, and she was even bath and oil was rubbed into her dry and matted hair. Only then did she begin to believe that she was being taken to a place better than her home. अब कदे भी भोली ਦੇ ਲਈ ਨਵੇਂ ਕੱਪੜੇ ਨਹੀਂ ਬਣੇ ਸੀਗੇ। ਜਿਹੜੇ ਕੱਪੜੇ ਉਹਦੀ ਸਿਸਟਰ ਨੂੰ ਛੋਟੇ ਹੋ ਜਾਂਦੇ ਸੀਗੇ ਉਹਨੂੰ ਪਾਸ ਔਨ ਹੋ ਜਾਂਦੇ ਸੀਗੇ। ਕੋਈ ਵੀ ਕੇਅਰ ਨਹੀਂ ਕਰਦਾ ਸੀਗਾ ਕਿ ਉਹ ਕੀ ਪਾ ਰਹੀ ਹੈ, ਉਹ ਕੱਪੜੇ ਧੁੱਲੇ ਹੈ ਕਿ ਨਹੀਂ ਧੁੱਲੇ ਹੈ। ਬਟ ਅੱਜ ਉਹ ਬਹੁਤ ਜ਼ਿਆਦਾ ਲੱਗੀ ਸੀਗੀ ਕਿਉਂਕਿ ਉਹਨੂੰ ਸਾਫ਼ ਸੁਥਰੇ ਕੱਪੜੇ ਪਹਿਨਣ ਨੂੰ ਮਿਲ ਰਹੇ ਸੀਗੇ ਔਰ ਇਸ ਕਰਕੇ ਕਿਉਂਕਿ ਉਹ ਕੱਪੜੇ ਚੰਪਾ 'ਤੇ ਫਿੱਟ ਨਹੀਂ ਹੋ ਰਹੇ ਸੀਗੇ, ਇਸ ਕਰਕੇ ਉਹਨੂੰ ਮਿਲ ਗਿਆ। ਅੱਜ ਉਹਨੂੰ ਨਹਿਲਾਇਆ ਗਿਆ, ਉਹਦੇ ਬਾਲਾਂ 'ਤੇ ਆਇਲ ਵੀ ਰਬ ਕੀਤਾ ਗਿਆ। ਓਨਲੀ ਦੈਨ ਉਸ ਤੋਂ ਬਾਅਦ ਹੀ ਉਹਨੂੰ ਬਿਲੀਵ ਹੋਣਾ ਸ਼ੁਰੂ ਹੋਇਆ ਕਿ ਉਹ ਕਿਸੇ ਬਹੁਤ ਵਧੀਆ ਜਗ੍ਹਾ 'ਤੇ ਜਾ ਰਿਹਾ, ਯਾਨੀ ਕਿ ਉਹ ਜਗ੍ਹਾ ਜਿਹੜਾ ਘਰ ਤੋਂ ਵੀ ਵਧੀਆ ਹੈਗਾ। ਦੈਨ ਉਹ ਇਸ ਗੱਲ ਨੂੰ ਲੈ ਕਰਕੇ ਯਕੀਨ ਕਰਨ ਲੱਗੀ। When they reached the school, the children were already in their classroom. Ramlal handed over the daughter to the headmistress. Left alone, the poor girl looked about her with her fear-laden eyes. There were several rooms, and each room's girls like her, squatted on mats, reading from books or writing on slates. The headmistress asked Bholi to sit down in a corner in one of the classroom. अब वो स्कूल पहुँच गए। जदों स्कूल पहुँचे दैन ਉਹਨੂੰ ਕਲਾਸਰੂਮ ਦਾ ਕਿਵੇਂ ਸੀਨ ਦੇਖਣ ਨੂੰ ਮਿਲਿਆ। ਅਬ ਜਦੋਂ ਕਲਾਸ ਦੇ ਅੰਦਰ ਉਹ ਪਹੁੰਚੀ
ਤੇ ਚਿਲਡਰਨ ਆਲਰੇਡੀ ਕਲਾਸਰੂਮ ਦੇ ਵਿੱਚ ਬੈਠੇ ਹੋਏ ਸੀਗੇ। ਰਾਮ ਲਾਲ ਨੇ ਆਪਣੀ ਕੁੜੀ ਦਾ ਹੱਥ ਹੈਡ ਮਿਸਟਰੈਸ ਦੇ ਹੱਥ 'ਚ ਫੜਾਤਾ ਔਰ ਵਿਚਾਰੀ ਇਕੱਲੀ ਕੁੜੀ ਜਿਹੜੀ ਸੀਗੀ ਉਹ ਇੱਧਰ ਉੱਧਰ ਦੇਖਣ ਲੱਗੀ। ਫੀਅਰ ਲੇਡਨ ਮਤਲਬ ਡਰੀ ਹੋਈ ਨਿਗਾਹ, ਯਾਨੀ ਕਿ ਬਹੁਤ ਜ਼ਿਆਦਾ ਕੋਈ ਡਰਾ ਹੋਇਆ ਹੁੰਦਾ ਹੈਗਾ ਤੇ ਉਹਨੂੰ ਕਹਿੰਦੇ ਆ ਫੀਅਰ ਲੇਡਨ। ਦਿਸ ਵਰਡ ਮੀਨਸ ਡਰਾ ਹੋਇਆ। ਸੋ ਬਹੁਤ ਸਾਰੇ ਰੂਮ ਸੀਗੇ ਔਰ ਹਰੇਕ ਰੂਮ ਦੇ ਵਿੱਚ ਗਰਲਸ ਸਕੁਐਟਡ ਔਨ ਮੈਟਸ ਇੰਟੈਂਗਲ ਹੋਕਰ ਕੇ ਬੈਠੇ ਹੋਏ ਸੀਗੇ। ਇੰਟੈਂਗਲ ਹੋਣਾ ਯਾਨੀ ਕਿ ਆਪਸ ਦੇ ਵਿੱਚ ਗੱਲ-ਗੁਲ ਕਰਦੇ ਹੋਏ ਬੈਠਣਾ। ਦੈਨ ਕਹਿੰਦੇ ਕਿ ਮੈਟਸ ਦੇ ਉੱਤੇ ਯਾਨੀ ਕਿ ਚਟਾਈ ਵਿਛੀ ਹੋਈ ਸੀਗੀ ਔਰ ਉੱਥੇ ਬੈਠੇ ਹੋਏ ਸੀਗੇ, ਬੁੱਕਸ ਪੜ੍ਹ ਰਹੇ ਸੀਗੇ, ਕੁਝ ਸਲੇਟਸ 'ਤੇ ਲਿਖ ਰਹੇ ਸੀਗੇ। ਔਰ ਹੈਡ ਮਿਸਟਰੈਸ ਨੇ ਬੋਲੀ ਨੂੰ ਕੀ ਕਿਹਾ ਕਿ ਕਲਾਸ ਦੇ ਇੱਕ ਕਾਰਨਰ 'ਤੇ ਜਾ ਕਰ ਕੇ ਉਹ ਵੀ ਬੈਠ ਜਾਏ। Bolly did not know what exactly a school was like and what happened there, but she was glad to find so many girls, almost half her own age, present there. She hoped that one of these girls might become her friend. ਬੋਲੀ ਨੂੰ ਨਹੀਂ ਪਤਾ ਸੀਗਾ ਕਿ ਸਕੂਲ ਕੀ ਹੁੰਦਾ ਹੈਗਾ ਅਤੇ ਉੱਥੇ ਕੀ ਕਰਾਇਆ ਜਾਂਦਾ ਹੈ, ਪਰ ਬੋਲੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਆਪ ਦੀ ਏਜ 'ਤੇ ਬਹੁਤ ਸਾਰੀ ਕੁੜੀਆਂ ਨੂੰ ਉੱਥੇ ਦੇਖਿਆ ਤਾਂ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀਗੀ ਔਰ ਉਹਨੂੰ ਇਹ ਉਮੀਦ ਸੀਗਾ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਕੁੜੀ ਉਹਦੀ ਫਰੈਂਡ ਬਣ ਜਾਊਗੀ। The lady teacher who was in the class was saying something to the girls, but Bolly could understand nothing. She looked at the picture on the wall. The colors fascinated her. The horse was brown, just like the horse on which the Tehsildar had come to visit their village. अब लेडी टीचर क्लास ਦੇ ਵਿੱਚ ਕੁਛ ਨਾ ਕੁਛ ਕਹਿ ਰਹੇ ਸੀਗੇ ਪਰ ਬੋਲੀ ਨੂੰ ਕੁਛ ਵੀ ਸਮਝ ਨਹੀਂ ਆ ਰਿਹਾ ਸੀਗਾ। ਬੋਲੀ ਵਾਲ 'ਤੇ ਯਾਨੀ ਕਿ ਦੀਵਾਰ 'ਤੇ ਜਿਹੜੀ ਡਰਾਇੰਗ ਬਣੀ ਹੋਈ ਸੀਗੀ ਉਹਨੂੰ ਦੇਖ ਰਹੀ ਸੀਗੀ। ਉਹ ਬਹੁਤ ਸੋਹਣੀ ਡਰਾਇੰਗ ਸੀਗੇ ਔਰ ਹਾਰਸ ਦਾ ਸੇਮ ਉਸ ਤਰ੍ਹਾਂ ਦਾ ਹਾਰਸ ਲੱਗ ਰਿਹਾ ਸੀਗਾ ਜਿਸ ਤਰ੍ਹਾਂ ਦੇ ਹਾਰਸ ਦੇ ਉੱਤੇ ਬੈਠ ਕਰਕੇ ਤਹਿਸੀਲਦਾਰ ਵਿਲੇਜ ਨੂੰ ਵਿਜ਼ਿਟ ਕਰਨ ਆਏ ਸੀਗੇ, ਦੇਖਣ ਆਏ ਸੀਗੇ, ਘੁੰਮਣ ਆਏ ਸੀਗੇ। The goat was black like the goat of their neighbor. The parrot was green just like parrot she had been seen in the mango orchard, and the cow was just like their Lakshmi. And suddenly Bolly noticed that the teacher was standing by her side smiling at her. अब गोट यानी कि बकरी ਜਿਹੜੀ ਸੀਗੀ ਉਹਦੀ ਪੜੋਸੀ ਦੇ ਗੋਟ ਵਾਂਗੂ ਹੀ ਸੀਗੀ। ਪੈਰਟ ਉਸ ਤਰ੍ਹਾਂ ਦਾ ਗ੍ਰੀਨ ਕਲਰ ਦਾ ਪੈਰਟ ਸੀਗਾ ਜਿਸ ਤਰ੍ਹਾਂ ਦਾ ਬੋਲੀ ਨੇ ਮੈਂਗੋ ਦੇ ਔਰਚਾਰਡ ਯਾਨੀ ਮੈਂਗੋ ਦੇ ਬਗੀਚੇ 'ਤੇ ਦੇਖਿਆ ਸੀਗਾ। ਕਾਊ ਨੂੰ ਤਾਂ ਦੇਖਦੇ ਹੀ ਉਹਨੂੰ ਆਪਣੀ ਲਕਸ਼ਮੀ ਦੀ ਯਾਦ ਆ ਗਈ। ਅਚਾਨਕ ਹੀ ਬੋਲੀ ਨੇ ਕੀ ਨੋਟਿਸ ਕੀਤਾ ਕਿ ਟੀਚਰ ਜਿਹੜੇ ਹੈਗੇ ਉਹਦੇ ਕੋਲ ਆ ਕੇ ਬੈਠ ਗਈ, ਉਹਦੇ ਕੋਲ ਆ ਕੇ ਖੜ ਗਈ ਹੈ, ਉਹਦੀ ਸਮਾਈਲ ਪਾਸ ਕਰ ਰਹੀ ਹੈ। ਵਟਸ ਯੋਰ ਨੇਮ ਲਿਟਲ ਵਨ। ਅਬ ਟੀਚਰ ਨੇ ਕੀ ਪੁੱਛਿਆ ਕਿ ਛੋਟੇ ਬੱਚੀ ਤੁਹਾਡਾ ਨਾਮ ਕੀ ਹੈ। ਸ਼ੀ ਕੁਡ ਸਟੈਮਰ ਨੋ ਫਰਦਰ ਦੈਨ ਦੈਟ, ਯਾਨੀ ਕਿ ਉਹ ਬੋਲਣਾ ਤਾਂ ਚਾਹੁੰਦੀ ਸੀਗੀ ਪਰ ਉਹਦੀ ਆਵਾਜ਼ ਰੁਕ ਗਈ ਔਰ ਉਸ ਤੋਂ ਅੱਗੇ ਉਹ ਬੋਲ ਨਹੀਂ ਪਾਈ। Then she began to cry and tears flowed from her eyes in the helpless flood. She kept her head down as she sat in the corner, not daring to look up at the girls she knew were still laughing at her. ਔਰ ਉਸ ਤੋਂ ਬਾਅਦ ਉਹ ਰੋਣਾ ਸ਼ੁਰੂ ਕਰ ਰਹੀ। ਉਹਦੇ ਅੱਖਾਂ 'ਤੇ ਹੰਝੂ ਗਿਰੀ ਜਾ ਰਹੇ ਸੀਗੇ ਔਰ ਉਹਦੀ ਕੰਟੀਨਿਊਟੀ ਐਂ ਲੱਗ ਰਿਹਾ ਸੀਗਾ ਜਿਵੇਂ ਹੰਝੂਆਂ ਦੇ ਫਲੱਡ ਆ ਜਾਊਗੀ, ਬਾੜ ਆ ਜਾਊਗਾ। ਉਹ ਸਿਰ ਨੀਵੀਂ ਪਾ ਕਰਕੇ ਰੋਈ ਜਾ ਰਹੀ ਸੀਗੀ ਕਲਾਸ ਦੇ ਇੱਕ ਕਾਰਨਰ 'ਤੇ ਬੈਠ ਕਰਕੇ। ਕਿਸੇ ਬਾਕੀ ਕਲਾਸ ਦੇ ਗਰਲਸ ਨੂੰ ਦੇਖ ਵੀ ਨਹੀਂ ਪਾ ਰਹੀ ਸੀਗੀ ਕਿਉਂਕਿ ਉਹਨੂੰ ਪਤਾ ਸੀਗਾ ਕਿ ਸਾਰੇ ਉਹਦਾ ਮਜ਼ਾਕ ਬਣਾਉਣਗੇ ਔਰ ਉਹਦੇ 'ਤੇ ਹੱਸ ਰਹੇ। When the school bell rang, all the girls scurried out of the classroom, but Bolly dared not leave her corner. Her head still lowered, she kept on sobbing. यानी कि ਜਦੋਂ ਬੈਲ ਹੋਈ ਦੈਨ ਆਲਮੋਸਟ ਸਾਰੀ ਕਲਾਸ ਜਿਹੜੀ ਹੈ ਉਹ ਕੀ ਕਰਨ ਲੱਗੀ, ਹਰੀਡਲੀ। ਸਕਰੂਡ ਦਾ ਮਤਲਬ ਹੁੰਦਾ ਹੈਗਾ ਇੱਥੇ ਹਰੀਡਲੀ ਯਾਨੀ ਕਿ ਛੇਤੀ ਕਲਾਸਰੂਮ ਦੇ ਬੱਚੇ ਬਾਹਰ ਆਉਣ ਲੱਗੇ ਪਰ ਬੋਲੀ ਆਪਣੀ ਕਲਾਸ ਦੇ ਕਾਰਨਰ ਦੇ ਵਿੱਚ ਹੀ ਬੈਠੀ ਹੋਈ ਸੀਗੀ। ਕਾਰਨਰ ਦੇ ਉੱਤੇ ਬੈਠ ਕਰਕੇ ਉਹ ਹਿੰਮਤ ਨਹੀਂ ਕਰ ਪਾ ਰਹੀ ਸੀਗੀ ਕਿ ਉੱਠੇ ਯਾਨੀ ਕਿ ਫੇਸ ਕਰੇ ਜਾਂ ਫਿਰ ਮਤਲਬ ਆਪਣੇ ਆਪ ਦੇ ਹੰਝੂ ਜਿਹੜੇ ਆ ਰਹੇ ਸੀਗੇ ਉਹਨੂੰ ਕਲੀਨ ਕਰੇ। ਉੱਥੇ ਬੈਠੇ ਸੋਬਿੰਗ ਕਰਕੇ ਰੋਣਾ ਯਾਨੀ ਕਿ ਆਵਾਜ਼ ਜਿਵੇਂ ਰੁਕ ਨਹੀਂ ਜਾਂਦੀ ਹੈ ਰੋਂਦੇ ਉਸ ਤਰ੍ਹਾਂ ਆਵਾਜ਼ ਕਰਕੇ ਨੀਵੀਂ ਪਾ ਕੇ ਰੋਈ ਜਾ ਰਹੀ ਸੀਗੀ। ਬੋਲੀ ਦ ਟੀਚਰ ਵੌਇਸ ਵਾਜ਼ ਸੋ ਸੌਫਟ ਐਂਡ ਸੂਦਿੰਗ ਇਨ ਆਲ ਹਰ ਲਾਈਫ ਸ਼ੀ ਹੈਡ ਨੇਵਰ ਬੀਨ ਕਾਲਡ ਲਾਈਕ ਦੈਟ, ਇਟ ਟਚਡ ਹਰ ਹਾਰਟ। यानी कि टीचर ने बोली कह के बुलाया। टीचर की आवाज़ बहुत ज़्यादा मिठी और सोल सूदिंग सीगी और बोली ने अपनी पूरी लाइफ के विच इन्नी सोहनी आवाज़ कदे नहीं सुनी सीगी। गेट अप सैड द टीचर। इट वॉज नॉट अ कमांड बट जस्ट अ फ्रेंडली सजेशन। बोली गॉट अप, नाउ टेल मी योर नेम। टीचर ने कहा कि खड़े हो जाओ।
ਔਰ ਉਹ ਇੱਕ ਸੀ ਫਰੈਂਡਲੀ ਸਜੈਸ਼ਨ ਸੀਗਾ। ਔਰ ਫਿਰ ਕਿਹਾ ਕਿ ਹੁਣ ਮੈਨੂੰ ਆਪਣਾ ਨਾਮ ਦੱਸੋ। ਸਵੈਟ ਬ੍ਰੋਕ ਆਊਟ ਓਵਰ ਹਰ ਹੋਲ ਬੋਡੀ। ਵੁੱਡ ਹਰ ਸਟੈਮਰਿੰਗ ਟੰਗ ਅਗੇਨ disagree her? For the sake of this kind woman, however, she decided to make an effort. She had touched a soothing while she would not laugh at all. अब ਉਹਦੇ ਪੂਰੀ ਬੋਡੀ 'ਤੇ ਪਸੀਨੇ ਆਉਣੇ ਸ਼ੁਰੂ ਹੋ ਗਏ। ਉਹਨੂੰ ਡਰ ਕੀ ਸੀਗਾ ਕਿ ਦੁਬਾਰਾ ਜੇ ਉਹ ਸਟੈਮਰਿੰਗ ਕਰਕੇ ਯਾਨੀ ਕਿ ਰੁਕ ਰੁਕ ਕੇ ਬੋਲੀ ਤਾਂ ਕੀ ਪਤਾ ਟੀਚਰ ਨਾਰਾਜ਼ ਹੋ ਜਾਏ। ਕਹਿੰਦੇ ਪਰ ਇਹ ਇੰਨੀ ਕਾਇੰਡ ਹੈਗੀ ਆ ਕਿ ਮੈਂ ਕੋਸ਼ਿਸ਼ ਤਾਂ ਕਰ ਹੀ ਸਕਦੀ ਹਾਂ। ਔਰ ਮਿੱਠੀ ਜਿਹੀ ਆਵਾਜ਼ ਸੁਣ ਕਰਕੇ ਉਹ ਐਫਰਟਸ ਕਰਨ ਲੱਗੀ ਕਿ ਕੀ ਪਤਾ ਮੈਂ ਬੋਲ ਲਵਾਂ, ਔਰ ਟਰਾਈ ਕਰਨ ਲੱਗੀ ਬੋਲਣ ਦੇ ਲਈ। Ba 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 bo, she began to stammer. Well done, well done. The teacher encouraged her. Come on now, the full name. यानी कि ਜਦੋਂ ਉਹ ਬੋਲੀ ਤਾਂ ਫਿਰ ਸਟੈਮਰਿੰਗ ਹੋਣ ਲੱਗੀ। ਫਿਰ ਟੀਚਰ ਨੇ ਕਿਹਾ ਕਿ ਬਹੁਤ ਵਧੀਆ ਤੂੰ ਬੋਲ ਸਕਦੀ ਹੈ। ਦੈਨ ਉਹ ਬੋਲੀ ਐਟ ਲਾਸਟ ਸ਼ੀ ਵਾਜ਼ ਏਬਲ ਟੂ ਸੇ ਇਟ ਐਂਡ ਫੈਲਟ ਰਿਲੀਵਡ ਐਂਡ ਇਫ ਇਟ ਵਾਜ਼ ਅ ਗ੍ਰੇਟ ਅਚੀਵਮੈਂਟ। ਔਰ ਜਦੋਂ ਬੋਲੀ ਨੇ ਆਪਣਾ ਨਾਮ ਦੱਸਤਾ ਦੈਨ ਉਹਨੂੰ ਬਹੁਤ ਜ਼ਿਆਦਾ ਰਿਲੀਫ ਮਿਲਿਆ। ਯਾਨੀ ਕਿ ਉਹਨੂੰ ਲੱਗ ਰਿਹਾ ਸੀਗਾ ਕਿ ਉਹ ਬਹੁਤ ਬੜਾ ਅਚੀਵਮੈਂਟ, ਕੋਈ ਅਵਾਰਡ ਮਿਲ ਗਿਆ ਹੋ। Well done. The teacher patted her affectionately and said, put the fear out of your heart and you will be able to speak like everyone else. Polly looked up as if to ask, really? ਯਾਨੀ ਕਿ ਟੀਚਰ ਨੇ ਕੀ ਕੀਤਾ, ਜਦੋਂ ਉਹਨੂੰ ਆਵਾਜ਼ ਸੁਣਾਈ ਦਿੱਤਾ ਦੈਨ ਉਹਦੇ ਪੀਠ 'ਤੇ ਹੱਥ ਰੱਖ ਕੇ ਥਪਥਪਾਇਆ ਔਰ ਬਹੁਤ ਪਿਆਰ ਨਾਲ ਹੀ ਕਿਹਾ ਕਿ ਬਹੁਤ ਵਧੀਆ ਕੀਤਾ, ਤੂੰ ਆਪਣੇ ਫੀਅਰ ਨੂੰ ਬਾਹਰ ਜਾਂ ਡਰ ਨੂੰ ਬਾਹਰ ਕੱਢ ਦੇ ਆਪਣੇ ਦਿਲ ਤੋਂ, ਕਿਉਂਕਿ ਮੈਨੂੰ ਇਹ ਲੱਗਦਾ ਹੈਗਾ ਕਿ ਜਿਵੇਂ ਬਾਕੀ ਬੱਚੇ ਬੋਲਦੇ ਇੱਕ ਦਿਨ ਤੂੰ ਵੀ ਉਸ ਤਰ੍ਹਾਂ ਬੋਲ ਪਾਣਾ। ਔਰ ਬੋਲੀ ਉਹਨੂੰ ਅੱਖਾਂ ਉੱਚਾ ਕਰਕੇ ਉਹਨੂੰ ਦੇਖ ਰਹੀ ਸੀਗੀ, ਉਹ ਜਿਵੇਂ ਉਹ ਤੋਂ ਪੁੱਛ ਰਹੀ ਹੋ ਕਿ ਵਾਕਈ ਮੈਂ ਇਸ ਤਰ੍ਹਾਂ ਯਾਨੀ ਕਿ ਵਧੀਆ ਬੋਲ ਪਾਉਂਗੀ ਕਦੇ। Yes, it will be very easy. You just come to school every day. Will you come? Polly nodded. ਕਹਿੰਦੀ ਹੈ ਫਿਰ ਟੀਚਰ ਨੇ ਕੀ ਕਿਹਾ, ਹਾਂ ਇਹ ਬਹੁਤ ਆਸਾਨ ਹੈ, ਬਸ ਤੁਹਾਨੂੰ ਰੋਜ਼ ਸਕੂਲ ਆਉਣਾ ਪਊਗਾ। ਬੋਲੀ ਨੇ ਆਪਣਾ ਸਿਰ ਨੋਡਡ ਕਰਨਾ ਯਾਨੀ ਕਿ ਯੈਸ ਤੇ ਕੰਸੈਂਟ ਦੇਣਾ, ਸਿਰ ਹਿਲਾ ਕੇ ਹਾਂ ਕਰਨਾ। ਬੋਲੀ ਨੇ ਆਪਣਾ ਸਿਰ ਹਿਲਾ ਕਰਕੇ ਹਾਂ ਕਰਤਾ। No, say it aloud. Yes, the bully herself was astonished that she had been able to say it. Did not tell you. Now take this book. अब ਬੋਲੀ ਨੇ ਦੁਬਾਰਾ ਉਹਨੂੰ ਕਿਹਾ ਕਿ ਨਹੀਂ, ਸਿਰ ਨਹੀਂ ਹਿਲਾਉਣਾ। ਟੀਚਰ ਨੇ ਕਿਹਾ ਸਿਰ ਨਹੀਂ ਹਿਲਾਉਣਾ, ਤੁਹਾਨੂੰ ਬੋਲਣਾ ਪਊਗਾ। ਦੈਨ ਬੋਲੀ ਨੇ ਐਫਰਟਸ ਕਰਕੇ ਹਾਂ ਕੀਤਾ ਔਰ ਬੋਲੀ ਖੁਦ ਵੀ ਹੈਰਾਨ ਸੀਗੀ ਕਿ ਉਹ ਬੋਲ ਪਾ ਰਹੀ ਸੀਗੀ। ਫਿਰ ਉਸ ਤੋਂ ਬਾਅਦ ਕਹਿੰਦੇ ਹੈ Didn't I tell you? Now take this book. ਕਿ ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ, ਹੁਣ ਤੁਸੀਂ ਇੱਕ ਬੁੱਕ ਲਓ। The book was full of nice pictures and the pictures were in colored dog, cat, goat, horse, parrot, tiger and a cow just like Lakshmi, and with every picture was a word in big black letter. ਯਾਨੀ ਕਿ ਇੱਕ ਬੁੱਕ ਜਿਹੜੀ ਸੀਗੀ ਉੱਥੇ ਪੂਰਾ ਪਿਕਚਰ ਬਣਿਆ ਸੀਗਾ ਔਰ ਉਸ ਬੁੱਕ ਦੇ ਉੱਤੇ ਡੌਗ, ਕੈਟ, ਗੋਟ, ਹਾਰਸ, ਪੈਰਟ ਵਗੈਰਾ ਕੀ ਪਿਕਚਰ ਸੀਗੇ ਔਰ ਬੜੇ ਬੜੇ ਬਲੈਕ ਕਲਰ ਦੇ ਅਲਫਾਬੈਟਸ ਵੀ ਲਿਖੇ ਹੋਏ ਸੀਗੇ। In 1 month you will be able to read this book. Then I will give you a bigger book, then a still bigger one. In time you will be more learned than anyone else in the village, and then no one will ever be able to laugh at you. People will listen to you with respect and you will be able to speak without the slightest stammer. Understand? Now go home and come back early tomorrow morning. अब टीचर ने की किया, 1 मंथ के अंदर जे थोड़ा बुक खत्म हो गया दैन थोनों मैं इस तो भी बड़ा बुक दूँ। वो इस तो बड़ा होगा ਜਦੋਂ ਜਿਵੇਂ ਤੂੰ ਪੜ੍ਹਨ ਲੱਗੀ ਹੀ ਤੈਨੂੰ ਹੋ ਸਕਦਾ ਹੈਗਾ ਕਿ ਵਿਲੇਜ ਦੇ ਵਿੱਚ ਇੱਕ ਦਿਨ ਤੂੰ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਮੰਨੀ ਜਾਏ ਔਰ ਫਿਰ ਕੋਈ ਵੀ ਤੇਰਾ ਮਜ਼ਾਕ ਨਹੀਂ ਬਣਾਊਗਾ, ਤੇਰੇ 'ਤੇ ਹੱਸੂਗਾ ਨਹੀਂ, ਸਾਰੇ ਤੇਰੀ ਗੱਲ ਰਿਸਪੈਕਟਫੁਲੀ ਸੁਣਨਗੇ ਔਰ ਤੂੰ ਬਿਨਾਂ ਕੋਈ ਸਟੈਮਰਿੰਗ ਕੀਤੇ ਰੁਕੇ ਆਪਣੀ ਗੱਲ ਆਰਾਮ ਨਾਲ ਹੀ ਬੋਲ ਪਾਏਗੀ। ਸੋ ਅੰਡਰਸਟੈਂਡ ਹੋ ਗਈ। ਹੁਣ ਘਰ ਜਾਓ ਅਤੇ ਟਮੋਰੋ ਮਾਰਨਿੰਗ ਫਿਰ ਸਕੂਲ ਨੂੰ ਆਉਣਾ ਹੈਗਾ। ਯਾਨੀ ਕਿ ਟੀਚਰ ਨੇ ਉਹਨੂੰ ਬਹੁਤ ਸਮਝਾਇਆ ਔਰ ਬਹੁਤ ਜ਼ਿਆਦਾ ਮੋਟੀਵੇਟ ਕੀਤਾ। Polly felt as if suddenly all the bells in the village temple were ringing and trees in front of the schoolhouse had blossomed into big red flowers. Her heart was throbbing with a new hope and new life. ਤਾਂ ਬੋਲੀ ਨੂੰ ਫੀਲਿੰਗ ਕਿਵੇਂ ਹੋ ਰਹੀ ਸੀਗੀ? ਬੋਲੀ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀਗੀ, ਬਹੁਤ ਜ਼ਿਆਦਾ ਖੁਸ਼। ਔਰ ਖੁਸ਼ੀ ਦੇ ਵਿੱਚ ਉਹਨੂੰ ਕਿਵੇਂ ਲੱਗ ਰਿਹਾ ਸੀਗਾ ਜਿਵੇਂ ਅਚਾਨਕ ਹੀ ਵਿਲੇਜ ਦਾ ਟੈਂਪਲ ਦਾ ਮੰਦਿਰ ਦਾ ਬੈਲ ਯਾਨੀ ਕਿ ਘੰਟੀ ਜਿਹੜੀ ਹੈ ਉਹ ਵੱਜਣੀ ਸ਼ੁਰੂ ਹੋ ਗਈ ਹੋ। ਔਰ ਦੈਨ ਉਹਨੂੰ ਕੀ ਫੀਲ ਹੋ ਰਿਹਾ ਸੀਗਾ ਜਿਵੇਂ ਬਹੁਤ ਸਾਰੇ ਸਕੂਲ ਦੇ ਗਾਰਡਨ 'ਤੇ ਜਿਹੜੇ ਫਲਾਵਰ ਸੀਗੇ ਉਹ ਖਿਲ ਗਏ ਹੋਣ। ਔਰ ਥਰੋਬਿੰਗ ਦਾ ਇੱਥੇ ਮਤਲਬ ਹੈਗਾ ਪਲਸੇਟਿੰਗ ਹੋਣਾ ਯਾਨੀ ਕਿ ਹਾਰਟ ਬੀਟ ਵੱਧ ਜਾਣਾ। ਥਰੋਬਿੰਗ ਦਾ ਮਤਲਬ ਹੈਗਾ
ਪਲਸੈਟਿੰਗ ਯਾਨੀ ਕਿ ਹਾਰਟ ਬੀਟ ਦਾ ਵੱਧ ਜਾਣਾ। ਤਾਂ ਐਂ ਲੱਗ ਰਿਹਾ ਸੀਗਾ ਜਿਵੇਂ ਉਹਦੀ ਹਾਰਟ ਬੀਟ ਜਿਹੜੀ ਹੈ ਉਹ ਉਹਦੇ ਵਿੱਚ ਨਈ ਉਮੀਦ ਲਾਈਫ ਦੀ ਜਗ ਗਈ ਹੋ ਜਾਂ ਨਈ ਉਮੀਦ ਉਹਨੂੰ ਮਿਲ ਗਈ ਹੋ। Thus the year passed, the village became a small town, the little primary school became a high school, there were now a cinema under a tin shed and a cotton ginning mill. The main train began to stop at their railway station. समय पास ਹੁੰਦਾ ਗਿਆ ਔਰ ਕਈ ਸਾਲ ਨਿਕਲ ਜਾਣ ਤੋਂ ਬਾਅਦ ਵਿਲੇਜ ਜਿਹੜਾ ਹੈਗਾ ਇੱਕ ਛੋਟਾ ਜਿਹਾ ਸ਼ਹਿਰ ਬਣ ਗਿਆ, ਛੋਟਾ ਜਿਹਾ ਪ੍ਰਾਇਮਰੀ ਸਕੂਲ ਹਾਈ ਸਕੂਲ ਬਣ ਗਿਆ ਸੀਗਾ। ਉਸ ਗਾਉਂ ਦੇ ਵਿੱਚ ਇੱਕ ਸਿਨੇਮਾ ਹਾਲ ਵੀ ਸੀਗਾ, ਉਹਦਾ ਸ਼ੇਡ ਟੀਨ ਦਾ ਸੀਗਾ ਔਰ ਕਾਟਨ ਦੇ ਗਿਨੀ ਮਿਲ ਵਿਲੇਜ 'ਤੇ ਸਟਾਰਟ ਹੋ ਗਿਆ ਸੀਗਾ। ਮੇਲ ਟ੍ਰੇਨ ਯਾਨੀ ਕਿ ਮਾਲ ਗਾੜੀ ਜਿਹੜੀ ਹੁੰਦੀ ਹੈ ਉਹ ਰੇਲਵੇ ਸਟੇਸ਼ਨ 'ਤੇ ਰੁਕਣਾ ਸ਼ੁਰੂ ਹੋ ਗਈ ਸੀਗੀ। ਵਨ ਨਾਈਟ ਆਫਟਰ ਡਿਨਰ ਰਾਮ ਲਾਲ ਸੈਡ ਟੂ ਹਿਜ਼ ਵਾਈਫ ਦੈਨ ਸ਼ੈਲ ਆਈ ਐਕਸੈਪਟ ਵਿਸ਼ੰਬਰ ਪ੍ਰਪੋਜ਼ਲ। ਇੱਕ ਦਿਨ ਰਾਤ ਨੂੰ ਰਾਮ ਲਾਲ ਨੇ ਆਪਣੀ ਵਾਈਫ ਨੂੰ ਕਿਹਾ ਕਿ ਕੀ ਮੈਂ ਵਿਸ਼ੰਬਰ ਦਾ ਪ੍ਰਪੋਜ਼ਲ ਯਾਨੀ ਕਿ ਰਿਸ਼ਤਾ ਹਾਂ ਕਰ ਲਾਂ, ਐਕਸੈਪਟ ਕਰ ਲਾਂ। ਯੈਸ ਸਰਟਨਲੀ ਹਿਜ਼ ਵਾਈਫ ਸੈਡ, ਬੋਲੀ ਵਿਲ ਬੀ ਲੱਕੀ ਟੂ ਗੈਟ ਸੱਚ ਅ ਵੈਲ ਟੂ ਡੂ bridegroom, a big shop, a house of his own, and I hear several thousand in the bank. Moreover, he is not asking for any dowry. ਕਹਿੰਦੀ ਹੈ ਉਹਦੀ ਵਾਈਫ ਕਿ ਹਾਂ ਕਿਉਂ ਨਹੀਂ, ਕਿਉਂਕਿ ਬੋਲੀ ਜਿਹੜੀ ਹੈਗੀ ਉਹ ਬਹੁਤ ਲੱਕੀ ਹੋਊਗੀ ਕਿ ਇੰਨਾ ਵਧੀਆ ਖਾਂਦੇ ਪੀਂਦੇ ਘਰ ਦਾ ਬ੍ਰਾਈਡਗਰੂਮ ਮੁੰਡਾ ਉਹਨੂੰ ਮਿਲ ਰਿਹਾ, ਉਹਦੀ ਆਪਣੀ ਬੜੀ ਜੀ ਸ਼ੌਪ ਹੈ, ਆਪਣਾ ਘਰ ਹੈ ਔਰ ਬੈਂਕ ਦੇ ਵਿੱਚ ਵੀ ਕਾਫੀ ਪੈਸੇ ਹੈ ਔਰ ਸਭ ਤੋਂ ਵੱਡੀ ਗੱਲ ਕਿ ਉਹ ਦਹੇਜ ਦੀ ਡਿਮਾਂਡ ਨਹੀਂ ਕਰ ਰਹੇ, ਦਹੇਜ ਨਹੀਂ ਡੌਰੀ ਨਹੀਂ ਮੰਗ ਰਹੇ। ਦੈਨ That's right, but he is not so young, you know, almost the same age as I am, and he also limps. Moreover, the children from his first wife are quite grown up. Then ਰਾਮਲਾਲ ਨੇ ਕੀ ਕਿਹਾ ਕਿ ਹਾਂ ਉਹ ਤਾਂ ਠੀਕ ਹੈ ਲੇਕਿਨ ਉਹਦੀ ਕੀ ਹੈ ਕਿ ਉਹ ਬਹੁਤ ਜ਼ਿਆਦਾ ਯੰਗ ਨਹੀਂ ਹੈ, ਆਲਮੋਸਟ ਉਹਦੀ ਉਮਰ ਮੇਰੀ ਉਮਰ ਦੇ ਆਸ-ਪਾਸ ਹੀ ਹੈ। ਐਂਡ ਲਿੰਪਸ ਹੈ, ਲਿੰਪਸ ਦਾ ਮਤਲਬ ਹੋਣਾ ਇੱਥੇ ਲਿੰਪਸ ਦਾ ਮਤਲਬ ਹੈ ਵੌਕਸ, ਲਿੰਪਿੰਗ ਲੰਗੜਾਣਾ ਜਾਂ ਪ੍ਰੋਪਰ ਵੌਕ ਨਾ ਕਰ ਪਾਉਣਾ। ਔਰ ਉਹਦੇ ਬੱਚੇ ਜਿਹੜੇ ਹੈਗੇ ਉਹ ਵੀ ਕਾਫੀ, ਫਸਟ ਵਾਈਫ ਦੇ ਬੱਚੇ ਜਿਹੜੇ ਹੈਗੇ ਉਹ ਵੀ ਕਾਫੀ ਵੱਡੇ ਹੋ ਗਏ। ਸੋ ਵਾਟ ਡਜ਼ ਇਟ ਮੈਟਰ, ਹਿਜ਼ ਵਾਈਫ ਰਿਪਲਾਈਡ, 45 or 50, it is no great age for a man. We are lucky that he is from another village and does not know about her pockmarks and her lack of sense. If we don't accept this proposal, she may remain unmarried all her life. ਦੈਨ ਉਹਦੀ ਵਾਈਫ ਕਹਿੰਦੀ ਹੈ ਕਿ ਕੋਈ ਗੱਲ ਨਹੀਂ, ਇਹ ਰਿਪਲਾਈ ਕਰਦੀ ਕਹਿੰਦੀ 45 ਔਰ 50 ਜਿਹੜਾ ਹੈਗਾ ਉਹ ਮੈਨ ਦੇ ਲਈ ਬਹੁਤ ਜ਼ਿਆਦਾ ਈਜ਼ ਨਹੀਂ ਹੈ, ਆਪਾਂ ਤਾਂ ਲੱਕੀ ਹੈਗੇ ਆ ਕਿ ਉਹ ਇਸ ਵਿਲੇਜ ਦਾ ਨਹੀਂ ਹੈ ਔਰ ਉਹਨੂੰ ਆਪਣੀ ਕੁੜੀ ਦੇ ਪੌਕ ਮਾਰਕਸ ਯਾਨੀ ਕਿ ਮੂੰਹ 'ਤੇ ਜਿਹੜੇ ਬਲੈਕ ਸਪੌਟ ਹੈਗੇ ਉਹਦਾ ਪਤਾ ਨਹੀਂ ਹੈ, ਨਾ ਹੀ ਉਹਨੂੰ ਇਹ ਪਤਾ ਕਿ ਇਹਦੇ ਕੋਲ ਦਿਮਾਗ ਘੱਟ ਹੈ। ਔਰ ਕਹਿੰਦੀ ਜੇ ਆਪਾਂ ਆਹ ਰਿਸ਼ਤਾ ਔਰ ਪ੍ਰਪੋਜ਼ਲ ਐਕਸੈਪਟ ਨਹੀਂ ਕੀਤਾ ਦੈਨ ਬੋਲੀ ਸਾਰੀ ਉਮਰ ਅਨਮੈਰਿਡ ਰਹਿ ਜਾਊਗੀ। ਯੈਸ ਬਟ ਆਈ ਵੰਡਰ ਵਾਟ ਬੋਲੀ ਵਿਲ ਸੇ, ਵਾਟ ਵਿਲ that witless one say, she is like a dumb cow. Maybe you are right, muted ਰਾਮਲਾਲ। ਦੈਨ ਫਿਰ ਰਾਮਲਾਲ ਕੀ ਕਹਿੰਦਾ ਹੈਗਾ ਲੇਕਿਨ ਸਾਰੀ ਗੱਲ ਤਾਂ ਸਹੀ ਹੈ ਪਰ ਬੋਲੀ ਕੀ ਸੋਚੂਗੀ। ਦੈਨ ਉਹਦੀ ਵਾਈਫ ਕੀ ਕਹਿੰਦੀ ਆ, ਵਾਟ ਵਿਲ ਦੈਟ ਵਿਟਲੈਸ, ਵਿਟਲੈਸ ਦਾ ਮਤਲਬ ਹੁੰਦਾ ਹੈਗਾ ਜਿਨ੍ਹਾਂ ਦੇ ਕੋਲ ਦਿਮਾਗ ਘੱਟ ਹੁੰਦਾ ਹੈਗਾ ਯਾਨੀ ਕਿ ਮੂਰਖ ਜਿਹਨੂੰ ਕਹਿ ਦਿੰਦੇ ਆਪਾਂ, ਬੇਵਕੂਫ ਟਾਈਪ ਦੇ। ਕਹਿੰਦੀ ਕਿ ਉਹ ਵਿਟਲੈਸ ਕੀ ਕਹੂਗੀ। ਡਮ ਕਾਊ ਦਾ ਮਤਲਬ ਹੈਗਾ ਦੈਟ ਲਾਈਕ ਅ ਕਾਊ ਦੈਟ ਕੈਨ ਨਾਟ ਸਪੀਕ, ਜਿਵੇਂ ਕਾਊ ਜਿਹੜੀ ਹੈ ਉਹਨੂੰ ਕਿਵੇਂ ਕਿਸੇ ਵੀ ਤਰ੍ਹਾਂ ਟਰੀਟ ਕਰੋ ਪਰ ਉਹ ਬੋਲਦੀ ਤਾਂ ਨਹੀਂ ਹੈ, ਤਾਂ ਇਸ ਤਰ੍ਹਾਂ ਉਹਨੂੰ ਕਿਹਾ ਜਾਂਦਾ ਹੈਗਾ ਕਿ ਉਹ ਤਾਂ ਇੱਕ ਡਮ ਕਾਊ ਹੈ। ਐਂਡ ਮਿਊਟਡ ਦਾ ਮਤਲਬ ਹੈਗਾ ਕਿ ਸਲੋਲੀ ਬੋਲਣਾ, ਮਰਮਰਿੰਗ ਕਰਨਾ। ਮੇ ਬੀ ਯੂ ਆਰ ਰਾਈਟ ਯਾਨੀ ਕਿ ਰਾਮਲਾਲ ਮਿਊਟਡ ਕਰਦਾ ਹੈਗਾ, ਬਹੁਤ ਹੌਲੀ ਜਿਹੀ ਆਵਾਜ਼ 'ਤੇ ਕਹਿੰਦਾ ਹੈਗਾ ਕਿ ਹੋ ਸਕਦਾ ਤੂੰ ਸਹੀ ਬੋਲ ਰਹੀ ਹੋ। In the other corner of the courtyard, Boli lay awake on her coat listening to her parents' whispering conversation. और कोर्टयार्ड यानी कि बेड़े के दूजे कॉर्नर ते अपने बैड ते लेटी हुई बोली जिहड़ी हैगी अपने पेरेंट्स की सारी कन्वर्सेशन सुन रही होंदी है। Visambar Nath was a well-to-do grocer. He came with a big party of friends and relations with him for the wedding. A brass band playing a popular tune from an Indian film headed the procession with the bride grooming riding a decorated horse. Ramlal was overjoyed to see such a pomp and splendor. He had never dreamed that his fourth daughter would have such a grand wedding. Poli's elder sister so had come for the occasion, where envious for her luck.
ਵਿਸੰਬਰ ਨਾਥ ਜਿਹੜਾ ਸੀਗਾ, ਯਾਨੀ ਕਿ ਜਿਹੜੇ ਪਰਸਨ ਦੇ ਨਾਲ ਉਹਦੀ ਮੈਰਿਜ ਹੋ ਰਹੀ ਸੀਗੀ, ਉਹਦਾ ਬਹੁਤ ਵਧੀਆ ਆਪਣਾ ਬਿਜ਼ਨਸ ਸੀਗਾ, ਬਹੁਤ ਜ਼ਿਆਦਾ ਵਧੀਆ ਵੈਲ ਟੂ ਡੂ ਸ਼ੌਪ ਸੀਗਾ। ਐਂਡ ਦੈਨ ਗਰੋਸਰੀ ਦਾ ਸ਼ੌਪ, ਯਾਨੀ ਕਿ ਜਿੱਥੇ ਹਾਊਸ ਹੋਲਡ ਵਾਲਾ ਸਮਾਨ ਵਗੈਰਾ ਵਿਕਦਾ ਹੈਗਾ। ਐਂਡ ਦੈਨ ਉਹ ਆਪਣੇ ਬਹੁਤ ਸਾਰੇ ਫਰੈਂਡਸ ਔਰ ਰਿਲੇਟਿਵਸ ਨੂੰ ਲੈ ਕੇ ਮੈਰਿਜ ਦੇ ਲਈ ਆਇਆ। ਬ੍ਰਾਸ ਬੈਂਡ ਯਾਨੀ ਕਿ ਪੋਪੂਲਰ ਬੈਂਡ ਹੋਣਾ, ਯਾਨੀ ਕਿ ਜਿਹੜੇ ਮੈਰਿਜ ਦੇ ਟਾਈਮ ਬਹੁਤ ਹੀ ਬੈਂਡ ਬਾਜੇ ਦੇ ਨਾਲ ਜਾਂਦੇ ਆ, ਉਹਨੂੰ ਕਹਿੰਦੇ ਆ। ਸੋ ਬ੍ਰਾਸ ਬੈਂਡ ਨੂੰ ਲੈ ਕੇ ਆ ਰਿਹਾ, ਉੱਥੇ ਪੋਪੂਲਰ ਟਿਊਨ ਬਜ ਰਿਹਾ ਹੁੰਦਾ ਹੈ, ਯਾਨੀ ਕਿ ਫਿਲਮੀ ਗਾਣੇ ਵਗੈਰਾ ਬਜ ਰਹੇ ਹੁੰਦੇ ਹੈਗੇ। ਔਰ ਬਰਾਈਡ ਗਰੂਮ ਜਿਹੜੇ ਹੈਗੇ ਡੈਕੋਰੇਟਿਡ ਹਾਰਸ 'ਤੇ ਰਾਈਡ ਕਰਦਾ ਹੋਇਆ ਆਉਂਦਾ ਹੈਗਾ। ਰਾਮ ਲਾਲ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਇਸ ਤਰ੍ਹਾਂ ਦਾ ਪੌਂਪ ਜਾਂ ਸਪਲੈਂਡਰ ਨੂੰ ਦੇਖ ਕਰਕੇ। ਪੌਂਪ ਦਾ ਮਤਲਬ ਹੁੰਦਾ ਕਿ ਬਹੁਤ ਬੜਾ ਸ਼ੋਅ ਹੋਣਾ, ਯਾਨੀ ਕਿ ਬਹੁਤ ਵੱਡੀ ਬਰਾਤ ਹੁੰਦੀ ਹੈ, ਔਰ ਬਹੁਤ ਸਪਲੈਂਡਰ ਯਾਨੀ ਕਿ ਹਾਈ ਫਾਈ। ਉਹ ਕਹਿੰਦੇ ਆਪਣੇ ਸੁਪਨੇ ਦੇ ਵਿੱਚ ਵੀ ਰਾਮ ਲਾਲ ਨੇ ਨਹੀਂ ਸੋਚਿਆ ਸੀਗਾ ਕਿ ਉਹਦੀ 4th ਡਾਟਰ ਯਾਨੀ ਕਿ ਭੋਲੀ ਦੀ ਮੈਰਿਜ ਇੰਨੀ ਵਧੀਆ ਫੈਮਿਲੀ ਦੇ ਵਿੱਚ ਹੋਊਗੀ। ਈਵਨ ਭੋਲੀ ਦੀ ਵੱਡੀ ਸਿਸਟਰਸ ਜਿਹੜੀਆਂ ਹੁੰਦੀਆਂ ਹੈਗੀਆਂ ਐਲਡਰ, ਉਹ ਵੀ ਉਹ ਤੋਂ ਜੈਲਸ ਫੀਲ ਕਰਦੀਆਂ ਹੈਗੀਆਂ। ਐਨਵੀਐਸ ਦਾ ਮਤਲਬ ਹੁੰਦਾ ਹੈਗਾ ਕਿ ਜੈਲਸ ਫੀਲ ਕਰਨਾ ਭੋਲੀ ਦੇ ਲੱਕ ਨੂੰ, ਯਾਨੀ ਕਿ ਕਿਸਮਤ ਨੂੰ ਦੇਖ ਕਰਕੇ। When the auspicious moment came, the priest said, "Bring the bride." यानी कि ਜਦੋਂ ਮੈਰਿਜ ਦਾ ਟਾਈਮ ਆ ਜਾਂਦਾ ਹੈਗਾ, ਦੈਨ ਪੰਡਿਤ ਕੀ ਕਹਿੰਦਾ ਹੈਗਾ ਕਿ ਬ੍ਰਾਈਡ ਨੂੰ ਲੈ ਕਰਕੇ आओ, दुल्हन ਨੂੰ ਲੈ ਕਰਕੇ आओ। Boli, clad in a red silk and bridal dress, was led to the bride's place near the sacred fire. ਬੋਲੀ ਜਿਹੜੀ ਹੈ ਰੈੱਡ ਕਲਰ ਦਾ ਸਿਲਕ ਦਾ ਬ੍ਰਾਈਡਲ ਡਰੈਸ ਪਾਇਆ ਹੁੰਦਾ ਹੈਗਾ, ਔਰ ਉਹ ਬ੍ਰਾਈਡ ਪਲੇਸ ਯਾਨੀ ਕਿ ਜਿੱਥੇ ਫੇਰੇ ਲੈਣੇ ਹੁੰਦੇ ਆ, ਆਗ ਦੇ ਕੋਲ ਸੀਕਰੇਟ ਫਾਇਰ ਜਿੱਥੇ ਹੁੰਦਾ ਹੈਗਾ, ਉੱਥੇ ਆ ਜਾਂਦੀ ਹੈ। ਗਾਰਲੈਂਡ ਦਾ ਬ੍ਰਾਈਡ, ਵਨ ਆਫ ਦਾ ਫਰੈਂਡਸ ਪ੍ਰੋਮਪਟਡ ਵਿਸੰਬਰ ਨਾਥ, ਯਾਨੀ ਕਿ ਗਾਰਲੈਂਡ ਯਾਨੀ ਕਿ ਬ੍ਰਾਈਡ ਦੇ ਹੱਥ 'ਤੇ ਮਾਲਾ, ਜੈਮਾਲ ਜਿਹੜੀ ਕਹਿੰਦੇ ਆ, ਉਹ ਫੜਾਇਆ ਗਿਆ ਹੁੰਦਾ ਹੈਗਾ। ਔਰ ਅਚਾਨਕ ਹੀ ਇੱਕ ਉਹਦਾ ਫਰੈਂਡ ਆ ਕਰਕੇ ਉਹਨੂੰ ਪ੍ਰੋਮਪਟ ਕਰਦਾ ਹੈਗਾ, ਇਨਕਰੇਜ ਕਰਦਾ ਹੈਗਾ ਗਾਰਲੈਂਡ ਯਾਨੀ ਕਿ ਜੈਮਾਲ ਪਾਉਣ ਦੇ ਲਈ। ਦੈਨ a woman slipped back the silken veil from the bride's face. Visambar took the quick glance. The garland remained poised in his hands. The bride slowly pulled down the veil over her face. एक वुमेन ਜਿਹੜੀ ਹੈ ਉੱਥੋਂ ਪੁਸ਼ ਹੋ ਜਾਂਦੀ ਹੈ, ਔਰ ਭੋਲੀ ਦੇ ਸਿਰ 'ਤੇ ਕੀ ਹੁੰਦਾ ਹੈਗਾ, ਜਿਹੜਾ ਸਿਲਕ ਦਾ ਦੁਪੱਟਾ ਯਾਨੀ ਕਿ ਮੈਰਿਜ ਵਾਲਾ ਜਿਹੜਾ ਦੁਪੱਟਾ ਹੁੰਦਾ ਹੈਗਾ, ਉਹ ਥੱਲੇ ਆ ਜਾਂਦਾ ਹੈਗਾ, ਔਰ ਭੋਲੀ ਦਾ ਫੇਸ ਦਿਸ ਜਾਂਦਾ ਹੈਗਾ। ਵਿਸੰਬਰ ਉਹਨੂੰ ਇੱਕ ਗਲੈਂਸ ਯਾਨੀ ਕਿ ਇੱਕ ਲੁੱਕ ਦੇਖ ਲੈਂਦਾ ਹੈਗਾ, ਔਰ ਉਹਦੇ ਹੱਥ 'ਚ ਹੀ ਗਾਰਲੈਂਡ ਰਹਿ ਜਾਂਦਾ ਹੈ, ਯਾਨੀ ਕਿ ਜੈਮਾਲ ਜਿਹੜੀ ਹੁੰਦੀ ਹੈ ਉਹਦੇ ਹੱਥ ਦੇ ਵਿੱਚ ਹੀ ਰਹਿ ਜਾਂਦਾ ਹੈਗਾ। ਔਰ ਪੋਇਜ਼ਡ ਦਾ ਮਤਲਬ ਹੁੰਦਾ ਹੈਗਾ ਸਟਾਪ ਫॉर ਅ ਮੂਮੈਂਟ, ਕੁਛ ਟਾਈਮ ਦੇ ਲਈ ਰੁਕ ਜਾਣਾ, ਖੜ ਜਾਣਾ। ਬ੍ਰਾਈਡ ਸਲੋਲੀ ਪੁੱਲ ਡਾਊਨ ਦਾ ਵੇਲ ਓਵਰ ਦਾ ਫੇਸ, ਔਰ ਉਸ ਤੋਂ ਬਾਅਦ ਭੋਲੀ ਹੌਲੀ ਹੌਲੀ ਦੁਪੱਟਾ ਜਿਹੜਾ ਹੈਗਾ ਉਹ ਉੱਥੋਂ ਆਪਣਾ ਫੇਸ ਢੱਕ ਲੈਂਦੀ ਹੈ। ਹੈਵ ਯੂ ਸੀਨ ਹਰ, ਸੈਡ ਵਿਸੰਬਰ ਟੂ ਦਾ ਫਰੈਂਡ ਨੈਕਸਟ ਟੂ ਹਿਮ, ਸ਼ੀ ਹੈਜ਼ ਪੌਕ ਮਾਰਕਸ ਔਨ ਹਰ ਫੇਸ। ਯਾਨੀ ਕਿ ਵਿਸੰਬਰ ਆਪਣੇ ਫਰੈਂਡ ਨੂੰ ਕੀ ਕਹਿੰਦਾ ਹੈਗਾ ਕਿ ਤੂੰ ਉੱਥੇ ਦੇਖਿਆ, ਉਹਨੂੰ ਦੇਖਿਆ, ਉਹਦੇ ਫੇਸ 'ਤੇ ਤਾਂ ਬਲੈਕ ਮਾਰਕਸ ਹੈਗੇ ਆ। ਸੋ ਵਾਟ, ਯੂ ਆਰ ਨੋਟ ਯੰਗ ਈਦਰ, ਮੇ ਬੀ, ਬਟ ਇਫ ਆਈ ਐਮ ਟੂ ਮੈਰੀ ਹਰ ਫਾਦਰ ਮਸਟ ਗਿਵ ਮੀ 5000 ਰੁਪੀਜ਼। ਤਾਂ ਉਹ ਕੀ ਕਹਿੰਦਾ ਹੈਗਾ ਕਿ ਹੋ ਸਕਦਾ ਹੈਗਾ, ਪਰ ਜੇ ਮੈਂ ਇਹਦੇ ਨਾਲ ਮੈਰਿਜ ਕਰਨਾ, ਦੈਨ ਉਹਦੇ ਫਾਦਰ ਨੂੰ ਮੈਨੂੰ 5000 ਡੋਰੀ ਦੇਣੀ ਪਊਗੀ। ਰਾਮ ਲਾਲ went and placed his turban, his honor, at ਵਿਸੰਬਰ feet. Do not humiliate me too. Take 2000 ਰੁਪੀਜ਼। ਰਾਮ ਲਾਲ ਜਿਹੜਾ ਹੈਗਾ ਉਹ ਆਪਣਾ ਪਗੜੀ ਉਤਾਰ ਕਰਕੇ ਯਾਨੀ ਕਿ ਟਰਬਨ ਕੱਢ ਕੇ ਉਹਦੀ ਲੱਤਾਂ 'ਤੇ ਰੱਖ ਲੈਂਦਾ ਹੈਗਾ, ਕਹਿੰਦਾ ਹੈਗਾ ਕਿ ਮੇਰਾ ਮਾਣ ਰੱਖ ਲਓ। ਔਰ ਉਸ ਤੋਂ ਬਾਅਦ ਕਹਿੰਦਾ ਮੇਰੀ ਇੰਨੀ ਜ਼ਿਆਦਾ ਹਿਊਮੀਲੀਏਸ਼ਨ ਯਾਨੀ ਕਿ ਬੇਇੱਜ਼ਤੀ ਨਾ ਕਰੋ, ਮੈਂ ਤੁਹਾਨੂੰ 2000 ਦੇ ਦੇਣਾ, ਯਾਨੀ ਕਿ 2000 ਦੇ ਦਿੰਦਾ ਹੈਗਾ। ਦੈਨ no, 5000 or we go back. Keep your daughter. Be a little considerate, please. If you go back, I can never show my face in the village. और उस तो बाद फिर वो की कहता है कि नहीं 5000 ही मैं लेना, और ਨਹੀਂ ਤਾਂ ਫਿਰ ਤੁਸੀਂ ਆਪਣੀ ਕੁੜੀ ਨੂੰ ਆਪਦੇ ਕੋਲ ਰੱਖੋ। ਫਿਰ ਉਹਦਾ ਫਾਦਰ ਯਾਨੀ ਕਿ ਭੋਲੀ ਦਾ ਫਾਦਰ ਕੀ ਕਹਿੰਦਾ ਹੈਗਾ ਕਿ ਥੋੜ੍ਹਾ ਮੇਰੇ 'ਤੇ ਦਇਆ ਕਰੋ, ਔਰ ਜੇ ਬਰਾਤ ਵਾਪਸ ਚਲੀ ਗਈ ਦੈਨ ਫਿਰ ਮੈਂ ਪੂਰੇ ਗਾँव 'ਤੇ ਆਪਣੀ ਕਿਹੜਾ ਸ਼ਕਲ ਦਿਖਾऊँ, ਕਿਹੜੀ ਫੇਸ ਨੂੰ ਲੈ ਕਰਕੇ ਘੁੰਮੂँ। ਦੈਨ ਆਊਟ ਵਿਥ 5000. Tears streaming down his face, Ramlal went in, opened the safe and counted out the notes. He placed the bundle at the bridegroom's feet. यानी कि फिर उस तो बाद मुंडा की कहता हैगा कि जे थोनों इज्जत प्यारी है दैन 5000 कड्डो।
ਦੈਨ ਆਫਟਰ ਦੈਟ ਕੀ ਹੁੰਦਾ ਹੈਗਾ ਕਿ ਟੀਅਰਸ ਯਾਨੀ ਕਿ ਰਾਮ ਲਾਲ ਦੀਆਂ ਅੱਖਾਂ 'ਤੇ ਹੰਝੂ ਆਉਣੇ ਸ਼ੁਰੂ ਹੋ ਜਾਂਦੇ ਆ। ਔਰ ਰਾਮ ਲਾਲ ਜਿਹੜਾ ਹੈਗਾ ਆਪਣੇ ਕਬਰ 'ਤੇ ਜਾਂਦਾ, ਸੇਫ ਨੂੰ ਓਪਨ ਕਰਦਾ ਹੈਗਾ, 5000 ਦੇ ਨੋਟ ਕਾਊਂਟ ਕਰਦਾ ਹੈਗਾ ਔਰ ਬੰਡਲ ਲੈ ਕਰਕੇ ਮੁੰਡੇ ਦੇ ਲੱਤਾਂ 'ਤੇ ਰੱਖ ਦਿੰਦਾ ਹੈਗਾ। ਐਂਡ ਦੈਨ on December's greeting face appeared a triumphant smile. He had gambled and won. Give me the garland, he announced. अब December ਦਾ ਫੇਸ ਕਿਸ ਤਰ੍ਹਾਂ ਲੱਗਦਾ ਹੈਗਾ, ਜਿਵੇਂ ਉਹਨੂੰ ਕੋਈ ਜੀਤ ਮਿਲ ਗਈ ਹੋ। ਟ੍ਰਾਇੰਫੈਂਟ ਜਾਂ ਮਤਲਬ ਕਿਸੇ ਚੀਜ਼ ਦੀ ਵਿਕਟਰੀ ਹੋ ਜਾਣਾ। ਐਂਡ ਐਂ ਲੱਗਦਾ ਹੈਗਾ ਜਿਵੇਂ ਉਹ ਦਾਅ ਖੇਲਿਆ ਸੀਗਾ, ਜੂਆ ਖੇਲਿਆ ਸੀਗਾ ਔਰ ਜੀਤ ਗਿਆ। ਔਰ ਉਸ ਤੋਂ ਬਾਅਦ ਫਿਰ ਕੀ ਕਹਿੰਦਾ ਆਪਣੇ ਫਰੈਂਡ ਨੂੰ ਕਿ ਮੈਨੂੰ ਗਾਰਲੈਂਡ ਦੇ ਦਿਓ, ਮਾਲਾ ਦੇ ਦਿਓ। Once again, the veil was slipped back from the bright face, but this time her eyes were not downcast. She was looking up, looking straight at her prospective husband, and in her eyes there was neither anger nor hate, only cold contempt. ਇੱਕ ਵਾਰੀ ਫਿਰ ਸਿਰ ਤੋਂ ਚੁੰਨਰੀ ਯਾਨੀ ਕਿ ਦੁਪੱਟਾ ਮੈਰਿਜ ਵਾਲਾ ਉਹ ਸਲਿਪ ਹੋ ਜਾਂਦਾ ਹੈਗਾ ਔਰ ਇਸ ਟਾਈਮ ਬਰਾਈਡ ਦਾ ਫੇਸ ਪੂਰੀ ਤਰ੍ਹਾਂ ਦਿਸ ਰਿਹਾ ਹੁੰਦਾ ਹੈਗਾ ਔਰ ਇਸ ਟਾਈਮ ਉਹਦੇ ਹੰਝੂ ਯਾਨੀ ਕਿ ਆਈਜ਼ ਜਿਹੜੇ ਸੀਗੇ ਉਹ ਥੱਲੇ ਨਹੀਂ ਹੁੰਦੇ ਆ, ਸਿੱਧੇ ਹੁੰਦੇ ਆ ਔਰ ਸਿੱਧੇ ਉਹ ਮੁੰਡੇ ਨੂੰ ਦੇਖ ਰਹੀ ਹੁੰਦੀ ਹੈ ਔਰ ਸਟ੍ਰੇਟ ਫਾਰਵਰਡ ਦੇਖ ਰਹੀ ਹੁੰਦੀ ਹੈ ਆਪਣੇ ਹੋਣ ਵਾਲੇ ਹਸਬੈਂਡ ਨੂੰ। ਔਰ ਉਹਦੇ ਅੱਖਾਂ 'ਚ ਨਾ ਤਾਂ ਕੋਈ ਗੁੱਸਾ ਹੁੰਦਾ, ਨਫ਼ਰਤ ਹੁੰਦਾ ਹੈ, ਨਾ ਹੀ ਨਾਰਾਜ਼ਗੀ ਹੁੰਦੀ ਹੈ, ਸਿਰਫ ਕੋਲਡ ਕੰਟੈਂਪਟ ਹੁੰਦਾ ਹੈਗਾ, ਯਾਨੀ ਕਿ ਉਹਨੂੰ ਪਛਤਾਵਾ ਜਾ ਹੋ ਰਿਹਾ ਹੁੰਦਾ ਹੈਗਾ। Vishamba raised the garland to place it round the bride's neck, but before he could do, Boli hand stuck out like a streak of lightning and the garland was flung into the fire. She got up and threw away the veil. Vishamba ਇਸ ਤੋਂ ਪਹਿਲੇ ਕਿ ਕੁੜੀ ਦੇ ਗਲੇ 'ਤੇ ਮਾਲਾ ਪਾਉਂਦਾ, ਬੋਲੀ ਜਿਹੜੀ ਹੈ ਹੱਥ ਤੋਂ ਮਾਰ ਦਿੰਦੀ ਹੈ ਔਰ ਮਾਲਾ ਬਾਹਰ ਚੱਕ ਕੇ ਮਾਰਦੀ ਹੈ ਔਰ ਉਹ ਮਾਲਾ ਜਿਹੜਾ ਹੈਗਾ ਉਹ ਆਗ ਦੇ ਅੰਦਰ ਜਾ ਕਰ ਕੇ ਗਿਰ ਪੈਂਦਾ ਹੈਗਾ ਔਰ ਉਸ ਤੋਂ ਬਾਅਦ ਉਹ ਖੜੀ ਹੋ ਜਾਂਦੀ ਹੈ ਔਰ ਆਪਣੇ ਸਿਰ ਤੋਂ ਦੁਪੱਟਾ ਯਾਨੀ ਕਿ ਜਿਹੜੀ ਵੇਲ ਹੁੰਦਾ ਹੈਗਾ ਉਹਨੂੰ ਚੱਕ ਕੇ ਬਾਹਰ ਮਾਰ ਦਿੰਦੀ ਹੈ। ਪਿਤਾ ਜੀ said Boli in a clear loud voice, and her father, mother, sister, brother, relations and neighbors were startled to hear her speak without even the slightest stammer. और उस तो बाद बोली बिना किसी स्टैमरिंग के कहती है पिता जी और बहुत क्लीयर आवाज़ ਉਹਦੀ ਨਿਕਲਦੀ ਹੈ। ਉਹਦੇ ਸਾਰੇ ਰਿਸ਼ਤੇਦਾਰ ਮਦਰ ਫਾਦਰ ਸਾਰੇ ਜਿਹੜੇ ਸੀਗੇ ਉਹ ਉਹਨੂੰ ਦੇਖ ਰਹੇ ਹੁੰਦੇ ਹੈਗੇ ਔਰ ਇਸ ਬਾਰੀ ਜਦੋਂ ਉਹਦੀ ਆਵਾਜ਼ ਨਿਕਲਦੀ ਹੈ ਤਾਂ ਉਹਨੂੰ ਬਿਲਕੁਲ ਨਹੀਂ ਰੁਕਦੀ। ਪਿਤਾ ਜੀ ਟੇਕ ਬੈਕ ਯੂਰ ਮਨੀ, ਆਈ ਐਮ ਨਾਟ ਗੋਇੰਗ ਟੂ ਮੈਰੀ ਦਿਸ ਮੈਨ। ਔਰ ਕਹਿੰਦੀ ਹੈ ਕਿ ਪਿਤਾ ਜੀ ਆਪਣੇ ਪੈਸੇ ਵਾਪਸ ਲੈ ਲਓ ਕਿਉਂਕਿ ਮੈਂ ਇਸ ਇਨਸਾਨ ਦੇ ਨਾਲ ਮੈਰਿਜ ਨਹੀਂ ਕਰਾਉਣ ਲੱਗੀ ਹਾਂ। ਰਾਮ ਲਾਲ ਵਾਜ਼ ਥੰਡਰ ਸਟਰਕ, ਯਾਨੀ ਕਿ ਰਾਮ ਲਾਲ ਜਿਹੜਾ ਸੀਗਾ ਉਹ ਸਟੰਟ ਹੋ ਜਾਂਦਾ ਹੈਗਾ, ਯਾਨੀ ਕਿ ਹੈਰਾਨ ਰਹਿ ਜਾਂਦਾ ਹੈ। ਥੰਡਰ ਸਟਰਕ ਦਾ ਮਤਲਬ ਹੈਰਾਨ ਹੋਣਾ। ਗੈਸਟ ਬਿਗਨ ਟੂ ਵਿਸਪਰ ਸੋ ਸ਼ੇਮਲੈਸ, ਸੋ ਅਗਲੀ ਐਂਡ ਸੋ ਸ਼ੇਮਲੈਸ, ਮਤਲਬ ਕਿ ਉਹ ਸਾਰੇ ਗੈਸਟ ਮਹਿਮਾਨ ਜਿਹੜੇ ਆਏ ਹੁੰਦੇ ਆ ਸਾਰੇ ਕਹਿੰਦੇ ਕਿੰਨੀ ਜ਼ਿਆਦਾ ਸ਼ੇਮਲੈਸ ਹੈ, ਇੱਕ ਤਾਂ ਅਗਲੀ ਹੈ ਯਾਨੀ ਕਿ ਦੇਖਣ 'ਚ ਵੀ ਸੋਹਣੀ ਨਹੀਂ, ਦੂਜੀ ਇੰਨੀ ਜ਼ਿਆਦਾ ਸ਼ੇਮਲੈਸ ਹੈ। Boli, are you crazy? Shouted Ramlal. You want to disgrace your family? Have some regard for our ਇੱਜ਼ਤ। ਬੋਲੀ ਨੂੰ ਕਹਿੰਦਾ ਹੈਗਾ ਰਾਮ ਲਾਲ ਕਿ ਤੂੰ ਪਾਗਲ ਤਾਂ ਨਹੀਂ ਹੋ ਗਈ ਹੈ। ਚਿੱਖੇ ਮਾਰ ਕੇ ਕਹਿੰਦਾ ਹੈਗਾ ਕਿ ਤੂੰ ਆਪਣੀ ਫੈਮਿਲੀ ਦੀ ਇੰਨੀ ਬੇਇੱਜ਼ਤੀ ਕਿਉਂ ਕਰਾ ਰਹੀ ਹੈ, ਮੇਰੀ ਇੱਜ਼ਤ ਦਾ ਕੁਛ ਤਾਂ ਖਿਆਲ ਰੱਖ। For the sake of your ਇੱਜ਼ਤ, said Boli, I was willing to marry this lame old man, but I will not have such a mean, greedy and contemptible coward as my husband. I won't. ਦੈਨ ਬੋਲੀ ਦਾ ਕੀ ਜਵਾਬ ਆਉਂਦਾ ਹੈਗਾ ਕਿ ਪਿਤਾ ਜੀ ਮਤਲਬ ਫॉर द sake of your ਇੱਜ਼ਤ, ਯਾਨੀ ਕਿ ਇੱਜ਼ਤ ਕਰਕੇ ਹੀ ਮੈਂ ਇਸ ਲੇਮ ਯਾਨੀ ਕਿ ਲੰਗੜਾ ਔਰ ਓਲਡ ਮੈਨ, ਬਿਕੋਜ਼ ਹੀ ਵਾਜ਼ 50 years old and more than that, ਤਾਂ ਕਹਿੰਦੇ ਕਿ ਮੈਂ ਇਸ ਓਲਡ ਮੈਨ ਦੇ ਨਾਲ ਮੈਰਿਜ ਕਰ ਰਹੀ ਹਾਂ। ਪਰ ਇਹ ਤਾਂ ਬਹੁਤ ਜ਼ਿਆਦਾ ਗ੍ਰੀਡੀ ਹੈ ਐਂਡ ਕੰਟੈਂਪਲੇਬਲ ਮਤਲਬ ਹੁੰਦਾ ਹੈਗਾ ਜਦੋਂ ਕਿਸੇ ਦੇ ਨਾਲ ਆਪਾਂ ਨਫ਼ਰਤ ਕਰਦੇ ਹਾਂ, ਯਾਨੀ ਕਿ ਹੇਟਫੁਲ ਪਰਸਨ। ਕਹਿੰਦੇ ਕਿ ਇਹ ਇੰਨਾ ਕਾਇਰ ਹੈ ਔਰ ਇਸ ਪਰਸਨ ਦੇ ਨਾਲ ਮੈਂ ਮੈਰਿਜ ਨਹੀਂ ਕਰ ਸਕਦੀ। What a shameless girl. We all thought she was a harmless, dumb cow. Boli turned violently on the old woman. Yes, auntie, you are right. You all thought I was a dumb, driven cow, and that's why you wanted to hand me over this heartless creature. Then ਉਸ ਤੋਂ ਬਾਅਦ ਸਾਰੇ ਕਹਿੰਦੇ ਆ ਕਿ ਕਿੰਨੀ ਜ਼ਿਆਦਾ ਸ਼ੇਮਲੈਸ ਗਰਲ ਹੈ। ਆਪਾਂ ਤਾਂ ਸੋਚਦੇ ਸੀਗੇ ਕਿ ਇਹ ਇੱਕ
ਕਾਊ ਹੈ, ਬੇਚਾਰੀ ਗਾਏ ਦੀ ਵਾਂਗੂ ਆ। ਬੋਲੀ ਟਰਨ ਹੋ ਜਾਂਦੀ ਹੈ ਔਰ ਗੁੱਸੇ ਦੇ ਵਿੱਚ ਉਸ ਬੁਰੀ ਔਰਤ ਨੂੰ ਯਾਨੀ ਵੋਲਡ ਵੂਮੈਨ ਨੂੰ ਜਵਾਬ ਦਿੰਦੀ ਹੈ ਕਿ ਹਾਂ ਆਂਟੀ ਤੁਸੀਂ ਸਹੀ ਹੋ, ਤੁਸੀਂ ਸਾਰੇ ਮੈਨੂੰ ਉਹ ਡਮ ਡਰਾਈਵਨ ਕਾਊ ਹੀ ਸਮਝਦੇ ਸੀਗੇ, ਤਾਂ ਹੀ ਮੈਨੂੰ ਕਿਸੇ ਦੇ ਵੀ ਗੱਲੇ ਬੰਨ੍ਹ ਰਹੇ ਸੀਗੇ, ਯਾਨੀ ਕਿ ਮੇਰਾ ਹੱਥ ਇਸ ਇਨਸਾਨ ਦੇ ਹੱਥ 'ਚ ਦੇ ਰਹੇ ਸੀਗੇ। ਬਟ ਨਾਓ ਦ ਡਮ ਕਾਊ ਦ ਸਟੈਮਰਿੰਗ ਫੂਲ ਇਜ਼ ਸਪੀਕਿੰਗ, ਡੂ ਯੂ ਵਾਂਟ ਟੂ ਹੀਅਰ ਮੋਰ। ਪਰ ਫਿਰ ਭੋਲੀ ਕਹਿੰਦੀ ਹੈ ਕਿ ਅਬ ਇਹ ਡਮ ਕਾਊ ਯਾਨੀ ਕਿ ਰੁਕ ਰੁਕ ਕੇ ਬੋਲਣ ਵਾਲੀ ਕੁੜੀ ਬੋਲ ਰਹੀ ਹੈ, ਹੁਣ ਤੁਸੀਂ ਹੋਰ ਸੁਣਨਾ ਚਾਹੁੰਦੇ ਹੋ। Then Vishambhanath, the grocer, started to go back with his party. The confused bandmen thought this was the end of the ceremony and struck up a closing song. ਵਿਸ਼ੰਭਾਨਾਥ ਆਪਣੀ ਪੂਰੀ ਬਰਾਤ ਨੂੰ ਲੈ ਕੇ ਵਾਪਸ ਜਾਣਾ ਸ਼ੁਰੂ ਕਰ ਦਿੰਦਾ ਹੈਗਾ। ਬੈਂਡ ਵਾਲੇ ਬੰਦੇ ਬਹੁਤ ਪਰੇਸ਼ਾਨ ਹੁੰਦੇ, ਉਹਨਾਂ ਨੂੰ ਲੱਗਦਾ ਹੈਗਾ ਕਿ ਸੈਰੇਮਨੀ ਖਤਮ ਹੋ ਗਈ ਹੈ, ਇਸ ਕਰਕੇ closing song ਬਜਾਣਾ ਸ਼ੁਰੂ ਕਰ ਲੈਂਦੇ ਆ। ਰਾਮਲਾਲ stood rooted on the ground, his head bowed low with the weight of grief and shame. ਅਬ ਰਾਮਲਾਲ ਜਿਹੜਾ ਹੈਗਾ ਉਹ ਬਹੁਤ ਦੁਖੀ ਹੁੰਦਾ ਹੈਗਾ ਔਰ ਉਹ ਉਸੀ ਜਗ੍ਹਾ ਖੜਾ ਰਹਿ ਜਾਂਦਾ ਹੈਗਾ। ਸਟੂਡ ਰੂਟਡ ਯਾਨੀ ਕਿ ਐਂ ਲੱਗਦਾ ਜਿਵੇਂ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋ ਗਿਆ, ਉਹ ਸ਼ੌਕਡ ਹੋ ਗਿਆ ਔਰ ਉਹਦੇ ਸਿਰ ਬਹੁਤ ਜ਼ਿਆਦਾ ਨੀਚਾ ਝੁਕ ਗਿਆ ਹੁੰਦਾ ਹੈਗਾ, ਕਿਉਂਕਿ ਉਹਨੂੰ ਬਹੁਤ ਦੁੱਖ ਔਰ ਤਕਲੀਫ ਹੋ ਰਿਹਾ ਹੁੰਦਾ ਹੈਗਾ, ਬੇਇੱਜ਼ਤੀ ਮਹਿਸੂਸ ਹੋ ਰਹੀ ਹੁੰਦੀ ਹੈ। The flames of the secret fire slowly died down. Everyone was gone. Ramlal turned to Bholi and said, "But what about you? No one will ever marry you now. What shall we do with you?" अब ਜਿਹੜੀ ਸੀਕਰੇਟ ਫਾਇਰ ਦੀ ਆਗ ਹੁੰਦੀ ਉਹ ਵੀ ਬੁੱਝ ਜਾਂਦੀ ਹੈ ਔਰ ਸਾਰੇ ਚਲੇ ਜਾਂਦੇ ਆ। ਰਾਮ ਲਾਲ ਭੋਲੀ ਨੂੰ ਪੁੱਛਦਾ ਹੈਗਾ ਕਿ ਹੁਣ ਤੇਰਾ ਕੀ ਹੋਊਗਾ, ਕਿਉਂਕਿ ਹੁਣ ਤਾਂ ਕੋਈ ਵੀ ਤੇਰੇ ਨਾਲ ਮੈਰਿਜ ਨਹੀਂ ਕਰੂਗਾ। And Sulekha said in a voice that was calm and steady, "Don't you worry, Pitaji. In your old days, I will serve you, and mother, I will teach in the same school where I learned so much. Is not that right, ma'am?" और ਸੁਲੇਖਾ ਜਿਹੜੀ ਹੈ ਉਹ ਆਪਣੀ ਬਹੁਤ ਹੀ ਕਾਮ ਆਵਾਜ਼ ਦੇ ਵਿੱਚ ਕਹਿੰਦੀ ਹੈ ਕਿ ਪਿਤਾ ਜੀ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ, ਮੈਂ ਬੁਢਾਪੇ ਦੇ ਵਿੱਚ ਤੁਹਾਡੀ ਸੇਵਾ ਕਰੂੰ। ਔਰ ਆਪਣੀ ਮਦਰ ਨੂੰ ਕਹਿੰਦੀ ਹੈ ਕਿ ਆਹ ਜਿਹੜੇ ਸਕੂਲ ਤੋਂ ਮੈਂ ਪੜ੍ਹੀ ਹਾਂ ਉਸੀ ਸਕੂਲ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਪੜ੍ਹਾਉਂਗੀ। ਮੈਂ ਸਹੀ ਕਹਿ ਰਹੀ ਹਾਂ ਨਾ ਮੈਮ। The teacher had all along stood in a corner watching the drama. "Yes, Bholi, of course," she replied, and in her smiling eyes was the light of a deep satisfaction that an artist feels when contemplating the completion of her masterpiece. ਟੀਚਰ ਇੱਕ ਕਾਰਨਰ 'ਤੇ ਖੜ੍ਹ ਕੇ ਸਾਰਾ ਹੀ ਡਰਾਮਾ ਦੇਖ ਰਹੀ ਹੁੰਦੀ ਹੈ ਔਰ ਭੋਲੀ ਨੂੰ ਕਹਿੰਦੀ ਹੈ, ਹਾਂ ਭੋਲੀ ਬਿਲਕੁਲ ਸਹੀ ਬੋਲ ਰਹੀ ਹੈ। ਔਰ ਉਹਦੀ ਅੱਖਾਂ 'ਚ ਸਮਾਈਲ ਆ ਰਹੀ ਹੁੰਦੀ ਹੈ। ਔਰ ਕਿਸ ਤਰ੍ਹਾਂ ਦੀ ਸਮਾਈਲ ਹੁੰਦੀ ਹੈ? ਬਹੁਤ ਜ਼ਿਆਦਾ ਸੈਟਿਸਫੈਕਸ਼ਨ ਦੀ। ਜਦੋਂ ਕਿਸੇ ਆਰਟਿਸਟ ਦਾ ਆਪਣਾ ਮਾਸਟਰਪੀਸ ਕੰਪਲੀਟ ਹੁੰਦਾ ਹੈਗਾ ਅਤੇ ਜਿਹੜੀ ਖੁਸ਼ੀ ਉਹਨੂੰ ਮਿਲਦੀ ਹੈ ਉਸ ਤਰ੍ਹਾਂ ਦੀ ਖੁਸ਼ੀ ਮਿਲ ਰਹੀ ਹੁੰਦੀ ਹੈ ਟੀਚਰ ਨੂੰ। ਕੰਟੈਂਪਲੇਟਿੰਗ ਦਾ ਮਤਲਬ ਹੁੰਦਾ ਹੈਗਾ ਮੈਡੀਟੇਟਿੰਗ ਕਰਨਾ, ਯਾਨੀ ਕਿ ਬਹੁਤ ਜ਼ਿਆਦਾ ਕਿਸੇ ਚੀਜ਼ ਨੂੰ ਸੋਚਣਾ। ਮਾਸਟਰਪੀਸ ਹੁੰਦਾ ਹੈਗਾ ਗ੍ਰੇਟ ਪੀਸ ਆਫ ਆਰਟ। ਦੈਨ ਟੀਚਰ ਨੂੰ ਉਸ ਤਰ੍ਹਾਂ ਦਾ ਫੀਲਿੰਗ ਹੋ ਰਿਹਾ ਹੁੰਦਾ ਹੈਗਾ ਕਿ ਭੋਲੀ ਜਿਹੜੀ ਕਿ ਸਟੈਮਰਿੰਗ ਕਰਦੀ ਸੀਗੀ ਕੁੜੀ, ਪ੍ਰੋਪਰ ਬੋਲ ਨਹੀਂ ਪਾਉਂਦੀ ਸੀਗੀ, ਦੇਖਣ 'ਚ ਵੀ ਬਹੁਤ ਸੋਹਣੀ ਨਹੀਂ ਸੀਗੀ, ਉਹਦੇ ਅੰਦਰ ਇੰਨਾ ਸੈਲਫ ਕੌਨਫੀਡੈਂਸ, ਇੰਨਾ ਵਿਸ਼ਵਾਸ ਆ ਜਾਂਦਾ ਹੈਗਾ ਕਿ ਉਹ ਸਾਰੇ ਦੇ ਸਾਹਮਣੇ ਬੋਲਦੀ ਹੈ ਔਰ ਬਿਨਾਂ ਰੁਕੇ ਬੋਲਦੀ ਹੈ ਔਰ ਆਪਣੀ ਲਾਈਫ ਦੇ ਲਈ ਸਟੈਂਡ ਲੈ ਪਾਉਂਦੀ ਹੈ ਇੰਸਟੀਡ ਆਫ getting married with the old man. So this is the end of the story. I hope you all will be able to understand. Along with that, I will post the question answer in group so that you all will be able to complete the register.